ਜੁਗੋ ਜੁਗ ਅਟਲ। ਤਖਤ ਚਵਰ ਛਤਰ ਦੇ ਮਾਲਕ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਕਾ ਖਾਸ ਰੂਪ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ। ਗੁਰ ਫਤਿਹ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੋ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਿੰਘਾਸਣ ਉੱਪਰ ਬਿਰਾਜਮਾਨ ਹੋ ਕਰਕੇ ਸਾਨੂੰ ਪਾਵਨ ਸ੍ਰੀ ਮੁਖਵਾਕ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ। ਇਸ ਅਸਥਾਨ ਦੀ ਚੱਲੀ ਆਈ ਹੋਈ ਪੁਰਾਤਨ ਮਰਿਆਦਾ ਅਨੁਸਾਰ ਉਸ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਪਾਵਨ ਸ੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਵਿਚਾਰ ਕਰਨ ਸੁਣਨ ਹਿਤ ਜਿੱਥੇ ਆਪਾਂ ਸਾਰੇ ਹੀ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਜੀ ਵਿਖੇ ਇਕੱਤਰ ਹੋਏ ਹਾਂ, ਉੱਥੇ ਚੈਨਲ ਦੇ ਮਾਧਿਅਮ ਰਾਹੀਂ ਆਪੋ ਆਪਣੇ ਘਰਾਂ ਅੰਦਰ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਅਨੇਕਾਂ ਸੰਗਤਾਂ ਜੁੜ ਮਿਲ ਬੈਠੀਆਂ ਹਨ। ਅੱਜ ਦਾ ਜੋ ਪਾਵਨ ਪਵਿੱਤਰ ਸ੍ਰੀ ਮੁਖਵਾਕ ਸਾਹਿਬ ਹੈ, ਉਸ ਦੀ ਕਥਾ ਵਿਚਾਰ ਕਰਨ ਸੁਣਨ ਤੋਂ ਪਹਿਲਾਂ ਸਮੂਹ ਮਾਈ ਭਾਈ ਗੁਰਸਿੱਖ ਦੋਵੇਂ ਹੱਥ ਜੋੜ ਕਰਕੇ ਗੁਰੂ ਚਰਨਾਂ ਦਾ ਧਿਆਨ ਧਰਦੇ ਹੋਏ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪਹਿਲਾ। ਘਰ ਪਹਿਲਾ। ਅਸ਼ਟਪਦੀਆਂ ਚੌਤੁਕੀ। ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖਵਾਕ ਸਾਹਿਬ ਰਾਗ ਸੋਰਠ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੁਆਰਾ ਉਚਾਰਨ ਕੀਤਾ ਹੋਇਆ ਹੈ। ਘਰ ਪਹਿਲਾ ਪਹਿਲੇ ਘਰ ਸੁਰ ਤਾਲ ਅੰਦਰ ਇਸ ਸ਼ਬਦ ਨੂੰ ਗਾਇਨ ਦੀ ਆਗਿਆ ਕੀਤੀ ਸਤਿਗੁਰਾਂ ਨੇ। ਅਸ਼ਟਪਦੀਆ 8 ਪਦਿਆਂ ਵਾਲਾ ਇਹ ਸ਼ਬਦ ਹੈ। ਚੌਤੁਕੀ ਹਰੇਕ ਪਦੇ ਦੇ ਅੰਦਰ 4 ਤੁਕਾਂ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਿਪੂਰਨ ਪਰਮਾਤਮਾ ਇੱਕ ਹੈ। ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਐਸੇ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਸੱਚੇ ਗੁਰਾਂ ਦੀ ਪ੍ਰਸਾਦ ਕਹੀਏ ਕਿਰਪਾ ਦੁਆਰਾ ਹੁੰਦੀ ਹੈ। ਦੁਬਿਧਾ ਨਾ ਪਾੜੋ ਹਰ ਬਿਨ ਹੋਰ ਨਾ ਪੂਜੋ ਮੜੈ ਮਸਾਣ ਨਾ ਜਾਈ। ਅੱਜ ਦਾ ਜੋ ਪਾਵਨ ਪਵਿੱਤਰ ਸ੍ਰੀ ਮੁਖਵਾਕ ਸਾਹਿਬ ਹੈ, ਜੋ ਸੰਪਰਦਾਈ ਵਿਦਵਾਨਾਂ ਮਹਾਂਪੁਰਖਾਂ ਨੇ ਇਸ ਸ਼ਬਦ ਦੀ ਉਥਾਨਕਾ ਦਰਸਾਈ ਹੈ ਕਿ ਤਕਰੀਬਨ 12 ਸਾਲਾਂ ਬਾਅਦ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਘਰ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਮਾਤਾ ਪਿਤਾ ਕੋਲ ਆਏ ਟਿਕੇ ਹੋਏ ਸਨ। ਉਹਨਾਂ ਦਿਨਾਂ ਦੇ ਵਿੱਚ ਇੱਕ ਵੈਰਾਗੀਆਂ ਦੀ ਜਮਾਤ ਸੱਚੇ ਪਾਤਸ਼ਾਹ ਜੀ ਦੇ ਕੋਲ ਆਈ। ਉਸ ਵੈਰਾਗੀਆਂ ਦੀ ਜਮਾਤ ਦੇ ਮੁਖੀ ਨੇ ਸਤਿਗੁਰਾਂ ਨੂੰ ਕਿਹਾ ਕਿ ਤੁਸੀਂ
ਜੋ ਇੱਕ ਪਰਮੇਸ਼ਰ ਦੇ ਨਾਮ ਜਪਣ ਤੇ ਉਸ ਪਰਮੇਸ਼ਰ ਦੇ ਧਿਆਨ ਧਰਨ ਤੇ ਉਸ ਇੱਕ ਪਰਮੇਸ਼ਰ ਦੀ ਪੂਜਾ ਤੇ ਜ਼ੋਰ ਲਾ ਰਹੇ ਹੋ, ਇਸ ਤਰ੍ਹਾਂ ਪਰਿਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤੁਸੀਂ ਆਪਣੇ ਸਿੱਖਾਂ ਨੂੰ ਇਹ ਉਪਦੇਸ਼ ਦਿਓ ਕਿ ਜੋ ਉਸ ਪਰਿਪੂਰਨ ਪ੍ਰਮਾਤਮਾ ਦੀਆਂ ਸ਼ਕਤੀਆਂ ਨੇ, ਦੇਵੀ ਦੇਵਤੇ, ਹੋਰ ਇਤਿਆਦਿਕ ਮੂਰਤੀ ਪੂਜਾ, ਹੋਰ ਜੋ ਕਰਮ ਕਾਂਡ ਹਨ ਨਾ, ਜੋ ਪੁਰਾਤਨ ਧਰਮਾਂ ਦੇ ਵਿੱਚ ਕੀਤੇ ਜਾ ਰਹੇ ਹਨ, ਤੁਸੀਂ ਵੀ ਆਪਣੇ ਗੁਰਸਿੱਖਾਂ ਨੂੰ ਇਹ ਉਪਦੇਸ਼ ਦਿਓ ਕਿ ਉਹ ਵੀ ਕਰਮ ਕਾਂਡ ਕਰਨ, ਮੂਰਤੀ ਪੂਜਾ ਕਰਨ, ਦੇਵੀ ਦੇਵਤਿਆਂ ਦੀ ਪੂਜਾ ਕਰਨ। ਸੱਚੇ ਪਾਤਸ਼ਾਹ ਜੀ ਜਿੱਥੇ ਉਸ ਵੈਰਾਗੀਆਂ ਦੀ ਜਮਾਤ ਦੇ ਮੁਖੀ ਨੂੰ ਉਪਦੇਸ਼ ਦੇ ਰਹੇ ਹਨ, ਉੱਥੇ ਸਾਨੂੰ ਸਮਸਤ ਜੀਵਾਂ ਨੂੰ ਵੀ ਇਹ ਉਪਦੇਸ਼ ਦੇ ਰਹੇ ਹਨ ਕਿ ਸਾਨੂੰ ਇਸ ਮਾਤ ਲੋਕ ਤੇ ਆਣ ਕਰਕੇ ਕਰਨਾ ਕੀ ਚਾਹੀਦਾ। ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ। ਅਸੀਂ ਹੁਣ ਦੁਬਦਾ ਵਿੱਚ ਨਹੀਂ ਪੈਂਦੇ। ਦੂਸਰੇ ਭਾ ਦੋ ਵਿਦਾ। ਇਹ ਜੋ ਮਹੀਨਾ ਚੱਲ ਰਿਹਾ ਨਾ, ਇਸ ਮਹੀਨੇ ਦੀ ਆਰੰਭਤਾ ਵੀ ਸਤਿਗੁਰਾਂ ਨੇ ਇਸਥੋਂ ਹੀ ਕੀਤੀ ਹੈ ਕਿ ਭਾਦੋਏ ਦੋ ਭਾ ਸੰਸਾਰ ਨਿਰੰਕਾਰ। ਕਦੀ ਸੁਰਤ ਨਿਰੰਕਾਰ ਵੱਲ, ਕਦੀ ਸੰਸਾਰ ਵੱਲ, ਕਦੀ ਇੱਧਰ ਕਦੀ ਉੱਧਰ। ਉਹ ਇੰਝ ਹੁੰਦਾ ਹੈ ਜੀ, ਵੇਖਣ ਨੂੰ ਜਾਪਦਾ ਕਿ ਮਨੁੱਖ ਧਰਮ ਦੇ ਰਸਤੇ 'ਤੇ ਚੱਲਦਾ, ਪਰ ਸੱਚਾਈ ਹੈ ਕਿ ਧਰਮ ਦੇ ਰਸਤੇ 'ਤੇ ਤਰੱਕੀ ਕੋਈ ਨਹੀਂ ਹੁੰਦੀ। ਜੋ ਸੰਕਲਪ ਹੈ ਨਾ, ਉਸ ਨੂੰ ਪੂਰਾ ਕਰਨਾ। ਉਹ ਸੰਕਲਪ ਹੈ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ। ਇਹ ਜੀਵ ਆਤਮਾ ਜਿਸ ਪ੍ਰਮਾਤਮਾ ਵਿੱਚੋਂ ਨਿਕਲ ਕੇ ਵਿਛੜੀ ਹੋਈ ਹੈ ਨਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਸ ਦਾ ਇਹ ਸੰਕਲਪ ਤਦੋਂ ਪੂਰਾ ਹੋਣਾ ਜਦੋਂ ਇਹ ਜਿਸ ਦੇ ਵਿੱਚੋਂ ਨਿਕਲੀ ਹੈ ਨਾ, ਉਸ ਦੇ ਵਿੱਚ ਅਭੇਦ ਹੋ ਜਾਵੇਗੀ। ਕਬੀਰਾ ਧੂਰ ਸਕੇਲ ਕੈ ਪੁਰੀਆ ਬਾਧੀ ਦੇ, ਦਿਵਸ ਚਾਰ ਕੋ ਪਿਖਣਾ ਅੰਤ ਖੇ ਕੀ ਖੇ। ਧੂੜ ਹੈ ਨਾ ਜੀ, ਮਿੱਟੀ ਹੈ, ਇਹਦਾ ਮੂਲ ਹੈ ਧਰਤੀ। ਕਿਉਂਕਿ ਕਣ ਵੱਖਰੇ ਹੋ ਗਏ, ਪਰ ਜਦੋਂ ਕਣ ਸਮਸਤ ਇਕੱਠੇ ਹੋ ਜਾਂਦੇ ਹੈ, ਉਹ ਧਰਤੀ ਅਖਵਾਉਂਦਾ। ਹਨੇਰੀ ਆਈ ਹੈ, ਧੂੜ ਅਸਮਾਨ ਨੂੰ ਚੜ੍ਹ ਗਈ, ਪਰ ਉਹ ਜਿੰਨਾ ਚਿਰ ਮਰਜ਼ੀ ਅਸਮਾਨ ਦੇ ਵਿੱਚ ਉੱਡਦੀ ਰਹੇ, ਉਸ ਨੂੰ ਟਿਕਾ ਉਦੋਂ ਬਣਨਾ ਜਦੋਂ ਉਹ ਦੁਬਾਰਾ ਧਰਤੀ ਦੇ ਵਿੱਚ ਆਣ ਕੇ ਟਿਕ ਜਾਣਗੇ ਕਣ। ਇਸੇ ਹੀ ਤਰ੍ਹਾਂ ਆਪਾਂ ਵੀ ਪਰਮਾਤਮਾ ਤੋਂ ਵਿਛੜੇ ਹੋਏ ਹਾਂ, ਅਤੇ ਟਿਕਾ ਉਦੋਂ ਬਣਨਾ ਜਦੋਂ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਵਾਂਗੇ, ਉਸ ਦੇ ਵਿੱਚ ਇੱਕ ਮਿਕ ਹੋ ਜਾਵਾਂਗੇ। ਪਰ ਇਸ ਦੇ ਵਿੱਚ ਜੋ ਬਹੁਤ ਵੱਡਾ ਕਾਰਨ ਹੈ ਨਾ, ਸੱਚੇ ਪਾਤਸ਼ਾਹ ਜੀ ਨੇ ਉਸ ਨੁਕਤਾ ਨਿਕਾਹ ਦੀ ਗੱਲ ਕੀਤੀ ਹੈ, ਦੁਬਦਾ ਦੋ ਵਿਦਾ। ਕਦੀ ਅੰਮ੍ਰਿਤ ਵੇਲੇ ਉੱਠ ਪਏ, ਕਦੀ ਸੁੱਤੇ ਰਹਿ ਗਏ, ਕਦੀ ਸੰਗਤ ਵਿੱਚ ਆ ਗਏ, ਕਦੀ ਨਾ ਆਏ। ਕੋਈ ਦੁੱਖ ਆਇਆ ਤਾਂ ਗੁਰਦੁਆਰੇ ਨਾ ਆਏ, ਬਹੁਤਾ ਸੁੱਖ ਆ ਗਿਆ ਤਾਂ ਵੀ ਸੰਗਤ ਛੱਡ ਦਿੱਤੀ, ਬਹੁਤਾ ਦੁੱਖ ਆ ਗਿਆ ਨਿਤਨੇਮ ਨਹੀਂ ਕੀਤਾ, ਬਹੁਤਾ ਸੁੱਖ ਵੀ ਆ ਗਿਆ ਸਾਰੀ ਰਾਤ ਉਸ ਵਿੱਚ ਰੁੱਝੇ ਰਹੇ, ਅੰਮ੍ਰਿਤ ਵੇਲਾ ਖੁੰਝ ਗਿਆ। ਇਹ ਸਾਰਾ ਕੁਝ ਦੁਬਦਾ ਵਿੱਚ ਹੀ ਆ ਜਾਂਦਾ ਜੀ। ਜਦੋਂ ਤੱਕ ਇਹ ਦੁਬਦਾ ਅੰਦਰੋਂ ਖਤਮ ਨਹੀਂ ਨਾ ਹੁੰਦੀ, ਪਰਿਪੂਰਨ ਪਰਮਾਤਮਾ ਦੇ ਵਿੱਚ ਇਹ ਜੀਵ ਆਤਮਾ, ਜੀਵ ਈਸ਼ ਦੀ ਅਭੇਦਤਾ ਨਹੀਂ ਹੁੰਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਐ ਬੈਰਾਗੀ, ਨਾ ਤੇ ਅਸੀਂ ਆਪ ਦੁਬਦਾ ਵਿੱਚ ਪੈਂਦੇ ਹਾਂ ਤੇ ਨਾ ਹੀ ਆਪਣੇ ਸਿੱਖਾਂ ਨੂੰ ਪੈਣ ਦੇ ਵਿੱਚ ਉਪਦੇਸ਼ ਦਿੰਦੇ ਹਾਂ। ਕਿਉਂ? ਹਰ ਬਿਨ ਹੋਰ ਨਾ ਪੂਜੋ। ਅਸੀਂ ਕੇਵਲ ਇੱਕ ਪਰਿਪੂਰਨ ਪਰਮਾਤਮਾ ਦੀ ਆਰਾਧਨਾ ਕਰਨ ਦਾ, ਉਸ ਦੀ ਪੂਜਾ ਕਰਨ ਦਾ ਭਾਵ ਉਸ ਦੀ ਸੇਵਾ ਕਰਨ ਦਾ ਹੀ ਉਪਦੇਸ਼ ਦਿੰਦੇ ਹਾਂ। ਮੜ੍ਹੇ ਮਸਾਣ ਨਾ ਜਾਏ। ਜੋਗੀ ਲੋਕਾਂ ਦੁਆਰਾ ਬਣਾਏ ਹੋਏ ਮੱਠਾਂ ਤੇ ਕਬਰਾਂ ਦੇ ਵਿੱਚ, ਸ਼ਮਸ਼ਾਨ ਭੂਮਿਕਾ ਵਿੱਚ ਜਾ ਕਰਕੇ ਅਸੀਂ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਨ ਦਾ ਆਪਣੇ ਗੁਰਸਿੱਖਾਂ ਨੂੰ ਉਪਦੇਸ਼ ਨਹੀਂ ਦਿੰਦੇ, ਕਿਉਂਕਿ ਇਸ ਦੇ ਨਾਲ ਦੁਬਦਾ ਖਤਮ ਨਹੀਂ ਹੋਵੇਗੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਾ ਵੀ ਸਾਨੂੰ ਸਾਰਿਆਂ ਨੂੰ, ਇਹ ਸਿੱਖਾਂ ਨੂੰ ਇਹ ਉਪਦੇਸ਼ ਦਿੱਤਾ। ਖੰਡੇ ਬਾਟੇ ਦੀ ਪੌਲ ਛਕਣੀ, ਗੁਰੂ ਵਾਲੇ ਬਣਨਾ, ਰਹਿਤ ਰੱਖਣੀ, ਕੁਰੈਤਾਂ ਤੋਂ ਬਚਣਾ
ਤੇ ਕੰਮ ਕੀ ਕਰਨਾ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨਾ ਮਾਨੇ। ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਜਿਹੜਾ ਮੇਰਾ ਸਿੱਖ ਹੈ ਉਹ ਭੁੱਲ ਕੇ ਵੀ ਇਹਨਾਂ ਗੋਰਾਂ ਨੂੰ, ਇਹਨਾਂ ਕਬਰਾਂ ਨੂੰ, ਇਹਨਾਂ ਮੜੀਆਂ ਨੂੰ, ਇਹਨਾਂ ਮੱਟਾਂ ਨੂੰ ਨਾ ਮੰਨੇ। ਜੇ ਗੁਰਦੁਆਰੇ ਵੀ ਆ ਰਹੇ ਆ ਨਾ ਤੇ ਕਿਸੇ ਪੀਰ ਬਾਬੇ ਦੇ ਤੇਲ ਵੀ ਚੜਾ ਰਹੇ ਆ, ਗੁਰਦੁਆਰੇ ਵੀ ਆ ਰਹੇ ਆ, ਕਿਧਰੇ ਹਰੀ ਚਾਦਰ ਵੀ ਜਾ ਕੇ ਚੜਾ ਰਹੇ ਆ, ਗੁਰਦੁਆਰੇ ਵੀ ਆ ਰਹੇ ਆ ਤੇ ਕਿਧਰੇ ਜਾ ਕਰਕੇ ਟਲ ਖੜਕਾ ਰਹੇ, ਕਿਸੇ ਦੀ ਪੂਜਾ ਕਰ ਰਹੇ ਆ ਨਾ। ਇਹ ਸਿੱਖਾਂ ਵਾਸਤੇ ਉਪਦੇਸ਼ ਸਤਿਗੁਰਾਂ ਨੇ ਦਿੱਤਾ ਤੇ ਸਮਝ ਲੈਣਾ ਹਾਲੇ ਦੋ ਵਿਧਾ, ਹਾਲੇ ਦੋ ਰਾਹਾਂ ਤੇ ਚੱਲ ਰਹੇ ਆ। ਤੇ ਦੋ ਰਾਹਾਂ ਤੇ ਇੰਜ ਹੀ ਹੈ, ਇੱਕ ਪੈਰ ਪੁੱਟ ਲਿਆ, ਦੋ ਪੈਰ ਪੁੱਟੇ ਤੇ ਦੋ ਪਛਾਂ ਆ ਗਏ, ਸਾਰੀ ਉਮਰ ਉੱਥੇ ਹੀ ਟਿਕੇ ਰਹੇ। ਅਸਲ ਦੇ ਵਿੱਚ ਧਰਮ ਦੇ ਰਸਤੇ ਦੇ ਵਿੱਚ ਤਰੱਕੀ ਤਦੋਂ ਹੋਣੀ ਹੈ ਜਦੋਂ ਨਿੱਠ ਕੇ ਮਨੁੱਖ ਆਲੇ ਦੁਆਲੇ ਕੋਈ ਨਹੀਂ ਵੇਖਦਾ, ਕੇਵਲ ਟੇਕ ਗੁਰੂ ਚਰਨਾਂ ਦੀ, ਪਰਮੇਸ਼ਰ ਦੇ ਚਰਨਾਂ ਦੀ, ਪਰਮੇਸ਼ਰ ਦੀ ਮਿਹਰ ਦੀ, ਪਰਮੇਸ਼ਰ ਦੀ ਬਖਸ਼ਿਸ਼ ਦੀ ਰੱਖਦਾ। ਜਦੋਂ ਤੱਕ ਹਾਲੇ ਤੱਕ ਟੇਕ ਕਿਸੇ ਹੋਰ ਦੇ ਚਰਨਾਂ ਦੀ ਮਨ ਵਿੱਚ ਬਣੀ ਹੋਈ ਹੈ ਨਾ, ਉਹ ਦੁਬਦਾ ਮੁਆਫ ਕਰਨਾ ਗੋਬਿੰਦ ਮਿਲਣ ਕੀ ਇਹ ਤੇਰੀ ਸੰਭਰੀਆ ਦਾ ਸੰਕਲਪ ਪੂਰਾ ਨਹੀਂ ਹੋਣ ਦੇਵੇਗੀ। ਤੇ ਜੇ ਇਹ ਸੰਕਲਪ ਪੂਰਾ ਨਾ ਹੋਇਆ ਫਿਰ ਬਾਰ-ਬਾਰ ਜੰਮਣ ਮਰਨ ਦਾ ਗੇੜ ਸਿਰ ਤੋਂ ਨਹੀਂ ਛੁੱਟਣਾ। ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਨਾ ਤੇ ਆਪ ਦੁਬਦਾ ਵਿੱਚ ਪੈਨੇ, ਪਰਮੇਸ਼ਰ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਹੀਂ ਕਰਦੇ, ਨਾ ਅਸੀਂ ਆਪ ਮੜ੍ਹੇ ਮਸਾਣੇ ਕਰਮ ਕਾਂਡ ਕਰਦੇ, ਨਾ ਹੀ ਆਪਣੇ ਸਿੱਖਾਂ ਨੂੰ ਜਾਣ ਦਾ ਉਪਦੇਸ਼ ਦਿੰਦੇ। ਫਿਰ ਅਸੀਂ ਕੀ ਕਰਦੇ ਹਾਂ ਤੇ ਸਿੱਖਾਂ ਨੂੰ ਕੀ ਉਪਦੇਸ਼ ਦਿੰਦੇ ਹਾਂ? ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਤ੍ਰਿਸ਼ਨਾ ਰਾਚ ਨਾ ਪਰ ਘਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ। ਹੁਣ ਅਸੀਂ ਤ੍ਰਿਸ਼ਨਾ ਦੀ ਅੱਗ ਵਿੱਚ ਪੈ ਕਰਕੇ ਪਰਾਏ ਘਰਾਂ ਵਿੱਚ ਨਹੀਂ ਜਾਣਦੇ। ਇਹ ਨਹੀਂ ਕਿ ਗੁਰੂ ਘਰ ਆਏ ਆ, ਗੁਰੂ ਨੇ ਸਾਡੇ ਹਿਰਦੇ ਦੇ ਵਿੱਚ ਭਾਂਡਾ ਤਿਆਰ ਨਹੀਂ ਹੋਇਆ, ਦਾਤ ਨਹੀਂ ਪਾਈ ਤੇ ਚੱਲ ਕਿਸੇ ਦੇਹਧਾਰੀ ਦੇ ਡੇਰੇ, ਚੱਲ ਕਿਸੇ ਪਖੰਡੀ ਦੇ ਡੇਰੇ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਅਸੀਂ ਤ੍ਰਿਸ਼ਨਾ ਦੀ ਅੱਗ ਵਿੱਚ ਪੈ ਕਰਕੇ ਪਰਾਏ ਘਰਾਂ ਦੇ ਵਿੱਚ ਨਹੀਂ ਜਾਂਦੇ। ਕਹੈ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਇਹ ਕਹਿ ਦੇਣਾ ਬੜਾ ਸੌਖਾ ਜੀ ਕਿ ਸਤਿਗੁਰੂ ਤੇਰੀ ਚਰਨ ਸ਼ਰਨ ਦੇ ਵਿੱਚ ਆਏ ਆ, ਜੋ ਰਾਜ ਦੇਹ ਤਾਂ ਕਵਨ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਇਹ ਜਿੰਨੀ ਤੁਕ ਪੜ੍ਹਨੀ ਸੌਖੀ ਹੈ, ਸੁਣਨੀ ਸੌਖੀ ਹੈ, ਇਸ ਤੁਕ ਨੂੰ ਕਮਾਉਣਾ ਓਨਾ ਸੌਖਾ ਨਹੀਂ। ਮਾੜਾ ਜਿਹਾ ਦੁੱਖ ਆਇਆ ਨਾ ਜੀ, ਮੈਂ ਦੁਬਾਰਾ ਰਿਪੀਟ ਕਰਾਂ, ਨਿਤਨੇਮ ਛੁੱਟ ਜਾਂਦਾ, ਗੁਰਦੁਆਰੇ ਆਉਣਾ ਛੁੱਟ ਜਾਂਦਾ। ਦੁੱਖ ਦੀ ਤੇ ਗੱਲ ਛੱਡੋ, ਬਹੁਤਾ ਸੁੱਖ ਵੀ ਸਾਨੂੰ ਗੁਰੂ ਚਰਨਾਂ ਦੇ ਨਾਲੋਂ, ਪਰਮੇਸ਼ਰ ਦੇ ਨਾਲੋਂ ਤੋੜ ਦਿੰਦਾ। ਰੰਗ ਰਲੀਆਂ ਮਨਾਉਂਦਿਆਂ, ਖੁਸ਼ੀਆਂ ਮਨਾਉਂਦਿਆਂ ਪਤਾ ਹੀ ਨਹੀਂ ਲੱਗਦਾ ਕਿੱਥੇ ਸਾਡਾ ਨੇਮ ਗਿਆ, ਕਿੱਥੇ ਸਾਡਾ ਨਿਤਨੇਮ ਗਿਆ, ਕਿੱਥੇ ਸਿਮਰਨ ਗਿਆ, ਕਿੱਥੇ ਸਾਡੀ ਸੇਵਾ ਗਈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਤ੍ਰਿਸ਼ਨਾ ਰਾਚ ਨਾ ਪਰ ਕਰ ਜਾਵਾਂ। ਹੁਣ ਅਸੀਂ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਪੈ ਕਰਕੇ ਨਾ ਜੀ ਤੇ ਪਰਾਏ ਘਰਾਂ ਦੇ ਵਿੱਚ ਨਹੀਂ ਜਾਂਦੇ। ਇਹ ਬਾਂਦਰ ਆ ਨਾ ਜੀ, ਕਿੰਨਾ ਚਲਾਕ, ਕਿੰਨਾ ਚੁਸਤ, ਟਪੂਸੀਆਂ ਲਾਉਂਦਾ, ਮਜਾਲ ਇਹਨੂੰ ਕੋਈ ਮਨੁੱਖ ਫੜ ਛੱਡੇ, ਪਰ ਇਹ ਵੀ ਤ੍ਰਿਸ਼ਨਾ ਦਾ ਮਾਰਿਆ ਫੜਿਆ ਜਾਂਦਾ। ਐਵੇਂ ਵੀ ਸਾਨੂੰ ਵੀ ਵੱਖ-ਵੱਖ ਤਰ੍ਹਾਂ ਦੀਆਂ ਤ੍ਰਿਸ਼ਨਾ, ਜਦੋਂ ਉਹਨਾਂ ਤ੍ਰਿਸ਼ਨਾ ਵਿੱਚ ਫਸ ਜਾਂਦੇ ਆ ਨਾ, ਫਿਰ ਅਸੀਂ ਵਾਰ-ਵਾਰ ਟੇਢੀਆਂ ਮੇਢੀਆਂ ਜੂਨਾਂ ਦੇ ਵਿੱਚ ਨੱਚਦੇ ਫਿਰਦੇ ਹਾਂ, ਪਾਉਂਦੇ ਫਿਰਦੇ ਹਾਂ। ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਲੈ, ਲੀਨੀ ਹਾਥ ਪਸਾਰ, ਛੂਟਨ ਕੋ ਸਹਿਸਾ ਪਰਿਆ ਮਨ ਬੌਰਾ ਰੇ, ਨਾਚਿਓ ਘਰ ਘਰ ਬਾਰ। ਉਸ ਇੰਨੇ ਚੁਸਤ ਚਲਾਕ ਨੂੰ ਉਹਦੀ ਤ੍ਰਿਸ਼ਨਾ ਦੀ ਜੋ ਕਮਜ਼ੋਰੀ ਹੈ ਨਾ, ਉਹਨਾਂ ਨੂੰ ਪਤਾ ਸ਼ਿਕਾਰੀਆਂ ਨੂੰ, ਫੜਨ ਵਾਲਿਆਂ ਨੂੰ। ਉਹ ਛੋਟਾ ਜਿਹਾ ਕੁੱਜਾ ਵੱਡਾ, ਪਰ ਉਸ ਦਾ ਮੂੰਹ ਨਿੱਕਾ, ਉਸ ਦੇ ਵਿੱਚ ਫੁੱਲੀਆਂ ਪਾ ਦਿੰਦੇ। ਉਸ ਦੀ ਤ੍ਰਿਸ਼ਨਾ, ਉਹ ਫਿਰ ਉਸ ਦੇ ਵਿੱਚ ਹੱਥ ਪਾਉਂਦਾ, ਮੁੱਠ ਇੰਨੀ ਭੋਟੀ ਭਰ ਲੈਂਦਾ, ਨਾ ਤੇ ਉਹ ਮੁੱਠ ਨਿੱਕੀ ਕਰਦਾ ਤੇ ਨਾ ਵਿੱਚੋਂ ਹੱਥ ਨਿਕਲਦਾ, ਸ਼ਿਕਾਰੀ ਫੜ ਲੈਂਦੇ। ਫਿਰ ਉਹਦੇ ਗਲ ਵਿੱਚ ਸੰਗਲੀ ਪਾ ਕਰਕੇ ਨਾ ਜੀ
ਨਾਚਿਓ ਘਰ ਘਰ ਬਾਰ। ਇਵੇਂ ਹੀ ਲੋੜ ਤੇ ਸਾਡੀ ਹੈ, ਪਰ ਜਦੋਂ ਲੋੜ ਲੋਭ ਬਣ ਜਾਂਦੀ ਹੈ ਨਾ ਜੀ, ਉਦੋਂ ਫਿਰ ਅਸੀਂ ਵੀ ਬਾਰ-ਬਾਰ ਜੰਮਣ ਮਰਨ ਦੇ ਗੇੜ ਵਿੱਚ ਪੈਂਦੇ ਹਾਂ। ਪਰ ਇਹ ਤ੍ਰਿਸ਼ਨਾ ਬੁਝਦੀ ਪਤਾ ਕਿਸ ਦੇ ਨਾਲ ਹੈ? ਤ੍ਰਿਸ਼ਨਾ ਨਾਮ ਬੁਝਾਈ। ਇਹ ਪਰਮੇਸ਼ਰ ਦਾ ਨਾਮ, ਅੰਮ੍ਰਿਤ ਨਾਮ ਰੂਪੀ ਜਲ ਇਸੇ ਹੀ ਅੱਗ ਨੂੰ ਬੁਝਾਉਂਦਾ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ ਮਹਾ ਸੰਤੋਖ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਨਾਮ ਫਿਰ ਪਤਾ ਕਿਵੇਂ ਅੱਗ ਬੁਝਾਉਂਦਾ? ਬਹੁਤ ਵੱਡਾ ਸੰਤੋਖ। ਵੇਖੋ, ਕੱਲਾ ਸੰਤੋਖ ਸ਼ਬਦ ਨਹੀਂ ਸਤਿਗੁਰਾਂ ਨੇ ਵਰਤਿਆ, ਮਹਾ ਸੰਤੋਖ ਵਰਤਿਆ ਕਿ ਬਹੁਤ ਵੱਡਾ ਸੰਤੋਖ। ਇੱਕ ਛੋਟੀ ਜੀ ਉਦਾਹਰਨ ਦੇਵਾਂ ਨਾ ਕਿਧਰੇ ਤੇ ਸੰਤੋਖ ਲਿਆਉਣਾ ਪਵੇਗਾ। ਮੈਂ ਛੋਟੀ ਜਿਹੀ ਕਾਰ ਲੈ ਆ ਨਾ, ਗਵਾਂਢੀ ਨੇ ਵੱਡੀ ਲੈ ਆਂਦੀ ਨਾ, ਮੇਰਾ ਸੰਤੋਖ ਡਿੱਕੋ ਡੋਲੇ ਖਾਣ ਡੈ ਪੈਂਦਾ। ਹਾਲਾਂਕਿ ਮੇਰੀ ਲੋੜ ਉਹ ਕਾਰ ਪੂਰੀ ਕਰ ਰਹੀ ਹੈ। ਉਹ ਛੋਟੀ ਕਾਰ ਲੋੜ ਹੈ ਤੇ ਵੱਡੀ ਕਾਰ ਫਿਰ ਲੋਭ ਹੈ। ਮੇਰੇ ਕੋਲ ਛੋਟਾ ਘਰ ਹੈ, ਮੇਰੀ ਲੋੜ ਪੂਰੀ ਹੋ ਰਹੀ ਹੈ। ਗਵਾਂਢੀ ਨੇ ਵੱਡਾ ਘਰ ਬਣਾ ਲਿਆ, ਪਰ ਉਸ ਦੇ ਵੱਲ ਵੇਖ ਕੇ ਮੇਰੀ ਵਿੱਤ ਇੰਨੀ ਨਹੀਂ, ਮੈਂ ਉਹ ਵੱਡਾ ਘਰ ਬਣਾਵਾਂਗਾ। ਉਹ ਵੱਡਾ ਘਰ ਬਣਾਉਣ ਵਾਸਤੇ ਫਿਰ ਮੈਨੂੰ ਹੇਰਾ ਫੇਰੀਆਂ ਕਰਨੀਆਂ ਪੈਣਗੀਆਂ। ਇਹ ਲੋਭ ਹੈ। ਤ੍ਰਿਸ਼ਨਾ ਬੁਝੈ ਹਰਿ ਕੈ ਨਾਮ ਮਹਾ ਸੰਤੋਖ। ਹੋਵੇ ਗੁਰ ਬਚਨੀ ਪ੍ਰਭ ਸਿਉ ਲਾਗੇ ਪੂਰਨ ਧਿਆਨ। ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਪਰਮੇਸ਼ਰ ਦੇ ਨਾਮ ਨੇ ਸਾਡੀ ਜੋ ਤ੍ਰਿਸ਼ਨਾ ਦੀ ਅੱਗ ਸੀ ਉਹ ਸ਼ਾਂਤ ਕਰ ਦਿੱਤੀ ਹੈ। ਘਰ ਭੀਤਰ ਘਰ ਗੁਰੂ ਦਿਖਾਇਆ, ਸਹਿਜ ਰਤੇ ਮਨ ਭਾਈ। ਫਿਰ ਉਹ ਨਾਮ ਨੇ ਬਦਲਾਵ ਕੀ ਲਿਆਂਦਾ ਜੀ ਸਾਡੇ ਜੀਵਨ ਦੇ ਵਿੱਚ? ਘਰ ਭੀਤਰ, ਇਹ ਸਰੀਰ ਰੂਪੀ ਘਰ ਦੇ ਵਿੱਚ ਘਰ ਗੁਰੂ ਦਿਖਾਇਆ। ਹਿਰਦੇ ਰੂਪੀ ਘਰ ਦੇ ਵਿੱਚ ਜਦੋਂ ਗੁਰੂ ਦੇ ਉਪਦੇਸ਼ ਦੇ ਕਮਾਈ ਕੀਤੀ ਸਿੱਖਿਆ ਤੇ ਚੱਲੇ, ਪਰਮੇਸ਼ਰ ਸਾਖਸ਼ਾਤ ਪ੍ਰਗਟ ਕਰਕੇ ਦਿਖਾ ਦਿੱਤਾ, ਸਹਿਜ ਰਤੇ ਮਨ ਭਾਈ। ਹੁਣ ਸਾਡਾ ਮਨ ਪਰਮੇਸ਼ਰ ਦੇ ਨਾਮ ਦੀ ਪ੍ਰੇਮਾ ਭਗਤੀ ਦੇ ਵਿੱਚ ਸੁਤੇ ਸਿੱਧ ਰੰਗਿਆ ਗਿਆ। ਤੂੰ ਆਪੇ ਦਾਨਾ ਆਪੇ ਬੀਨਾ, ਤੂੰ ਦੇਵਹਿ ਮਤ ਸਾਈ। ਹੇ ਪਰਿਪੂਰਨ ਪਰਮਾਤਮਾ ਆਪ ਜੀ ਤੂੰ ਆਪੇ ਦਾਨਾ, ਤੁਸੀਂ ਅੰਤਰਜਾਮੀ ਹੋ, ਸਾਡੇ ਘਟਾਂ ਘਟਾਂ ਦਿਲਾਂ ਦਿਲਾਂ ਦੀਆਂ ਜਾਣਨਹਾਰੇ ਹੋ। ਆਪੇ ਬੀਨਾ, ਜੋ ਅਸੀਂ ਸਮਝਦੇ ਨਾ ਕਿ ਤੂੰ ਵੇਖ ਨਹੀਂ ਰਿਹਾ, ਦੇ ਕਵਾਰ ਅਨਕ ਪੜਦੇ ਮੈਂ ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪਰਦਾ ਤੇਰਾ ਢਾਕੈ। ਜੋ ਅਸੀਂ ਤੈਨੂੰ ਇਹ ਸਮਝ ਕੇ ਕਿ ਤੂੰ ਕਿਹੜਾ ਵੇਖ ਰਿਹਾ, ਜੋ ਅਸੀਂ ਖੋਟੇ ਕਰਮ ਕੁਕਰਮ ਕਰਦੇ ਆ ਨਾ, ਤੂੰ ਆਪੇ ਬੀਨਾ, ਤੂੰ ਉਹਨਾਂ ਨੂੰ ਵੀ ਦੇਖ ਰਿਹਾ ਹੈ। ਤੂੰ ਦੇਵਹਿ ਮਤ ਸਾਈ। ਪਰ ਇਹ ਸੋਝੀ ਸਮਝ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨੂੰ ਤੂੰ ਗੁਰੂ ਦੁਆਰਾ ਇਹ ਸਿੱਖਿਆ ਬਖਸ਼ਿਸ਼ ਕਰ ਦਿੰਦਾ ਹੈ। ਮਨ ਬੈਰਾਗ ਰਤੋ ਬੈਰਾਗੀ, ਸ਼ਬਦ ਮਨ ਵਿਦਿਆ ਮੇਰੀ ਮਾਈ। ਇੱਥੇ ਜਿੱਥੇ ਤੇ ਸੱਚੇ ਪਾਤਸ਼ਾਹ ਜੀ ਉਸ ਬੈਰਾਗੀ ਨੂੰ ਉਪਦੇਸ਼ ਦੇ ਰਹੇ ਹਨ ਨਾ ਕਿ ਅਸਲ ਬੈਰਾਗੀ ਉਹ ਹੈ ਮਨ ਬੈਰਾਗ ਰਤੋ ਬੈਰਾਗੀ। ਹੈ ਬੈਰਾਗੀ, ਜਿਨ੍ਹਾਂ ਦੇ ਮਨ ਦੇ ਅੰਦਰ ਪਰਮੇਸ਼ਰ ਦੇ ਪ੍ਰਤੀ ਵੈਰਾਗ ਵਿਛੋੜਾ ਤੜਪ ਪੈਦਾ ਹੋ ਗਈ। ਸ਼ਬਦ ਮਨ ਵਿਦਿਆ ਮੇਰੀ ਮਾਈ। ਪਰ ਉਹ ਤੜਪ ਕਿਵੇਂ ਪੈਦਾ ਹੋ ਗਈ? ਪਰਮੇਸ਼ਰ ਦੇ ਸ਼ਬਦ ਨੇ ਅੰਦਰ ਤੜਪ ਪੈਦਾ ਕਰਨੀ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪੀਰ ਬ੍ਰਹਮ ਕੀ ਸੋ ਜਾਣੇ ਜਰੀਆ। ਸ਼ੁਰੂਆਤ ਜਦੋਂ ਮਨੁੱਖ ਧਰਮ ਦੇ ਰਸਤੇ ਤੇ ਤੁਰਦਾ ਨਾ ਜੀ, ਤੇ ਬੜਾ ਵਿਖੜਾ ਪੈਂਦਾ ਹੁੰਦਾ ਜੀ, ਨਾ ਪ੍ਰਾਪਤੀ ਨਾ ਰਸ ਹੁੰਦਾ। ਪਰ ਉਹ ਜਦੋਂ ਤੱਕ ਕਾਰ ਕਰਦੇ ਨਹੀਂ ਨਾ, ਜਦੋਂ ਸ਼ੁਰੂਆਤ ਕਰਾਂਗੇ ਬਾਣੀ ਪੜ੍ਹਨੀ, ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਨਾ, ਗੁਰੂ ਦੁਆਰੇ ਹਾਜ਼ਰੀ ਭਰਨੀ, ਸੰਗਤ ਵਿੱਚ ਆਉਣਾ, ਸੇਵਾ ਕਰਨੀ, ਸ਼ੁਰੂਆਤ ਜਦੋਂ ਕਰਾਂਗੇ ਨਾ ਪ੍ਰਾਪਤੀ ਨਾ ਕੋਈ ਰਸ ਹੈ। ਬੜੇ ਉਤਰਾ ਚੜ੍ਹਾਅ ਮਨ ਦੇ ਵਿੱਚ ਆਉਂਦੇ। ਸਮਾਂ ਸੀਮਤ ਹੈ, ਇਸ ਨੂੰ ਬਹੁਤਾ ਆਪਾਂ ਖੋਲ੍ਹ ਨਹੀਂ ਸਕਦੇ। ਪਰ ਜਦੋਂ ਇੱਕ ਨਿੱਠ ਕੇ ਮਨੁੱਖ ਧਰਮੀ ਬੰਦਾ ਚੱਲੀ ਜਾਂਦਾ ਨਾ, ਇਸ ਤੋਂ ਅੱਗੇ ਫਿਰ ਬੜੀਆਂ ਅਵਸਥਾਵਾਂ ਆਉਂਦੀਆਂ। ਇੱਕ ਅਵਸਥਾ ਆਉਂਦੀ ਹੈ ਬੈਰਾਗ, ਵਿਛੋੜੇ ਦੀ, ਪ੍ਰੇਮ ਦੀ। ਉਸ ਨੂੰ ਬਾਬਾ ਫਰੀਦ ਜੀ ਨੇ ਵੀ ਦਰਸਾਇਆ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ।
ਸੋ ਤਨ ਜਾਣ ਮਸਾਨ। ਅੰਦਰ ਤੜਪ ਹੀ ਕੋਈ ਨਹੀਂ ਨਾ ਜੀ। ਤੁਹਾਡੇ ਅੰਦਰ ਇੱਕ ਤੜਪ ਹੈ ਨਾ, ਤਾਂ ਹੀ ਉੱਠ ਕੇ ਆਣ ਕੇ ਸੰਗਤ ਵਿੱਚ ਬੈਠੇ ਹੋ, ਤਾਂ ਹੀ ਅੰਮ੍ਰਿਤ ਵੇਲੇ ਤੋਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਵਿੱਚ ਹਾਜ਼ਰੀਆਂ ਭਰ ਰਹੇ ਹੋ। ਕੋਈ ਸਿਮਰਨ ਕਰ ਰਿਹਾ, ਕੋਈ ਕੀਰਤਨ ਸਰਵਣ ਕਰ ਰਿਹਾ, ਕੋਈ ਬਾਣੀ ਪੜ੍ਹ ਰਿਹਾ ਸਰੋਵਰ ਕੰਢੇ ਬਹਿ ਕੇ, ਕੋਈ ਗੁਰੂ ਦੇ ਲੰਗਰਾਂ ਦੇ ਵਿੱਚ ਭਾਂਡੇ ਮਾਂਜ ਰਿਹਾ। ਜੇ ਪਰਮੇਸ਼ਰ ਦੀ ਪ੍ਰਾਪਤੀ ਦੀ ਤੜਪ ਕੋਈ ਨਾ ਆਉਂਦੀ, ਤੁਸੀਂ ਆਪਣੇ ਘਰਾਂ ਦੇ ਕੰਮਾਂ ਦੇ ਵਿੱਚ ਲੱਗੇ ਹੋਣਾ ਸੀ। ਘਰਾਂ ਦੇ ਕੰਮ ਤੇ ਸਾਰੀ ਉਮਰ ਨਹੀਂ ਮੁੱਕਦੇ, ਪਰ ਜਦੋਂ ਇਹ ਅਵਸਥਾ ਅੰਦਰ ਤੜਪ ਬੈਰਾਗ ਦੀ ਜਦੋਂ ਤੱਕ ਪੈਦਾ ਨਹੀਂ ਨਾ ਹੁੰਦੀ, ਤਦੋਂ ਤੱਕ ਪੈਰ ਕਿੱਥੇ ਉੱਠਦੇ ਆ ਜੀ ਗੁਰਦੁਆਰੇ ਵੱਲ ਨੂੰ, ਕਿੱਥੇ ਹੱਥ ਸੇਵਾ ਕਰਨ ਨੂੰ ਚੱਲਦੇ ਆ। ਮਨੁੱਖ ਸੋਚਦਾ ਘਰ ਦਾ ਹੀ ਹੋਰ ਕੰਮ ਕਰ ਲਵਾਂ, ਹੋਰ ਧਨ ਪਦਾਰਥ ਪੈਦਾ ਹੋ ਜਾਵੇਗਾ। ਜਦੋਂ ਤੱਕ ਅੰਦਰ ਤੜਪ ਨਹੀਂ ਨਾ ਪੈਦਾ ਹੁੰਦੀ ਪਰਮੇਸ਼ਰ ਦੀ, ਪਰ ਇਸ ਤੋਂ ਪਹਿਲਾਂ ਇੱਕ ਅਵਸਥਾ ਦੇ ਵਿੱਚੋਂ ਲੰਘਣਾ ਪੈਂਦਾ ਜੀ, ਉਹ ਕਰਨੀ ਪੈਂਦੀ ਹੈ। ਜਦੋਂ ਨਾ ਕੋਈ ਪ੍ਰਾਪਤੀ ਨਾ ਕੋਈ ਰਸ ਹੈ, ਉਦੋਂ ਫਿਰ ਮਨ ਮਾਰ ਕੇ ਸਿਮਰਨ ਵੀ ਕਰਨਾ ਪੈਂਦਾ, ਸੇਵਾ ਵੀ ਕਰਨੀ ਪੈਂਦੀ ਆ। ਜਦੋਂ ਨਿੱਠ ਕੇ ਕੰਮ ਕਰਾਂਗੇ ਫਿਰ ਅੰਦਰ ਤੜਪ ਪੈਦਾ ਹੁੰਦੀ, ਕਿਉਂਕਿ ਜਿਹੜਾ ਨਾਮ ਜਪ ਰਹੇ ਆ, ਸਹਿਜੇ ਸਹਿਜੇ ਅੰਦਰੋਂ ਹਿਰਦਾ ਨਿਰਮਲ ਕਰ ਰਿਹਾ, ਸੇਵਾ ਕਰ ਰਹੇ ਆ, ਉਹ ਹੱਥ ਨਿਰਮਲ ਕਰਨਗੇ। ਪੈਰ ਗੁਰੂ ਘਰ ਚੱਲ ਕੇ ਆ ਰਹੇ ਹੋ, ਪੈਰ ਨਿਰਮਲ ਹੋਣਗੇ। ਜਦੋਂ ਇਹਨਾਂ ਦੇ ਨਿਰਮਲ ਕਰਮ ਹੋ ਗਏ, ਫਿਰ ਅੰਦਰ ਰਸ, ਫਿਰ ਅੰਦਰ ਪ੍ਰਾਪਤੀ ਵਾਸਤੇ ਤੜਪ, ਫਿਰ ਅੰਦਰ ਬੈਰਾਗ। ਇਹ ਸਾਰਾ ਕੁਝ ਪੈਦਾ ਕਰਦਾ ਸੇਵਾ ਅਤੇ ਸਿਮਰਨ। ਸੱਚੇ ਪਾਤਸ਼ਾਹ ਜੀ ਦਰਸਾਉਂਦੇ, ਮਨ ਬੈਰਾਗ ਰਤੋ ਬੈਰਾਗੀ। ਉਹਨਾਂ ਮਨੁੱਖਾਂ ਦੇ ਮਨਾਂ ਦੇ ਅੰਦਰ ਪਰਮੇਸ਼ਰ ਦੇ ਪ੍ਰਤੀ ਬੈਰਾਗ ਪੈਦਾ ਹੋ ਗਿਆ। ਕਿਹਨਾਂ ਦੇ? ਸ਼ਬਦ ਮਨ ਭੇਦਿਆ ਮੇਰੀ ਮਾਈ, ਹੇ ਮੇਰੀ ਮਾਂ, ਹੇ ਸਾਧੂ ਸੰਤੋ, ਹੇ ਮਹਾਤਮੋ, ਹੇ ਗੁਰਮੁਖ ਜਨੋ, ਜਿਨ੍ਹਾਂ ਦੇ ਉੱਪਰ ਪਰਿਪੂਰਨ ਪਰਮਾਤਮਾ ਦੇ ਨਾਮ ਨੇ ਕਿਰਪਾ ਕਰਕੇ ਉਹਨਾਂ ਦੇ ਮਨ ਨੂੰ ਵਿੰਨ ਦਿੱਤਾ, ਅੰਦਰ ਤੜਪ ਪੈਦਾ ਕਰ ਦਿੱਤੀ। ਅੰਤਰ ਜੋਤ ਨਿਰੰਤਰ ਬਾਣੀ, ਸਾਚੇ ਸਾਹਿਬ ਸਿਓ ਲਿਵ ਲਾਈ। ਉਹਨਾਂ ਦੇ ਫਿਰ ਅੰਦਰ ਜੋਤ, ਜੋ ਪਰਿਪੂਰਨ ਪਰਮਾਤਮਾ ਅੰਦਰ ਬੈਠਾ ਨਾ, ਉਹ ਫਿਰ ਪ੍ਰਗਟ ਹੋ ਜਾਂਦਾ, ਉਹਨਾਂ ਨੂੰ ਦਿਖਾਈ ਦੇਣ ਲੱਗ ਪੈਂਦਾ। ਸਭ ਮਹਿ ਜੋਤ, ਜੋਤ ਹੈ ਸੋਏ। ਇਹ ਵੀ ਅਵਸਥਾਵਾਂ ਜੀ। ਜਦੋਂ ਧਰਮ ਦੇ ਰਸਤੇ ਤੇ ਚੱਲਾਂਗੇ, ਤਰੱਕੀ ਕਰਾਂਗੇ ਨਾ, ਹਾਲੇ ਤੇ ਮੈਨੂੰ ਆਪਣੇ ਅੰਦਰ ਬੈਠਾ ਪ੍ਰਮਾਤਮਾ ਦਿਖਾਈ ਨਹੀਂ ਦੇ ਰਿਹਾ। ਜੇ ਮੈਨੂੰ ਮੇਰੇ ਅੰਦਰ ਬੈਠਾ ਹੋਇਆ ਪ੍ਰਮਾਤਮਾ ਦਿਖਾਈ ਦੇਣ ਲੱਗ ਪਵੇ ਨਾ, ਮੇਰੀਆਂ ਅੱਖਾਂ ਕਿਸੇ ਦੀ ਧੀ ਪੈਣ ਵੱਲ ਮਾਰੀ ਨਿਗਾਹ ਨਾਲ ਨਹੀਂ ਵੇਖਣਗੀਆਂ, ਮੇਰੇ ਕੰਨ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਸੁਣਨਗੇ, ਮੇਰੇ ਪੈਰ ਖੋਟੀ ਸੰਗਤ ਵੱਲ ਨਹੀਂ ਚੱਲਣਗੇ, ਮੇਰੇ ਹੱਥ ਗਲਤ ਕੰਮ ਨਹੀਂ ਕਰਨਗੇ। ਪਰ ਜਦੋਂ ਮੈਨੂੰ ਮੇਰੇ ਅੰਦਰ ਬੈਠਾ ਹੋਇਆ ਪ੍ਰਮਾਤਮਾ ਦਿਖਾਈ ਦੇਣ ਲੱਗ ਪਵੇਗਾ, ਪਰ ਉਹ ਅਵਸਥਾ ਵੀ ਨਾਮ ਤੋਂ, ਸੇਵਾ ਅਤੇ ਸਿਮਰਨ ਤੋਂ ਪ੍ਰਾਪਤੀ ਹੋਣੀ ਹੈ। ਜਦੋਂ ਇਹ ਪ੍ਰਾਪਤੀ ਹੋ ਜਾਂਦੀ ਹੈ ਨਾ, ਫਿਰ ਇਸ ਤੋਂ ਅਗਲੀ ਪ੍ਰਾਪਤੀ ਆਉਂਦੀ ਹੈ। ਫਿਰ ਮੇਰੇ ਸਾਹਮਣੇ ਜਿੰਨਾ ਮਰਜੀ ਸੋਹਣੇ ਰੂਪ ਵਾਲੀ ਕਿਸੇ ਦੀ ਮਾਂ, ਕਿਸੇ ਦੀ ਧੀ, ਕਿਸੇ ਦੀ ਭੈਣ ਸਾਹਮਣੇ ਖਲੋ ਜਾਵੇ, ਮੈਨੂੰ ਉਸ ਦੇ ਰੂਪ ਦੇ ਵਿੱਚੋਂ ਪ੍ਰਮਾਤਮਾ ਤੇ ਦਿਖਾਈ ਦੇਵੇਗਾ, ਪਰ ਮੇਰੇ ਅੰਦਰ ਵਾਸ਼ਨਾ ਪੈਦਾ ਨਹੀਂ ਹੋਵੇਗੀ। ਇਹ ਬਦਲਾਵ ਜੇ ਜ਼ਿੰਦਗੀ 'ਚ ਨਹੀਂ ਨਾ ਆ ਰਿਹਾ, ਜੇ ਅੱਖਾਂ ਹਾਲੇ ਮਾੜਾ ਵੇਖਣ ਤੋਂ ਨਹੀਂ ਹਟ ਰਹੀਆਂ, ਕੰਨ ਮਾੜਾ ਸੁਣਨ ਤੋਂ ਨਹੀਂ ਹਟ ਰਹੇ, ਪੈਰ ਮਾੜੇ ਕਰਮਾਂ ਵੱਲ ਚੱਲਣ ਤੋਂ ਨਹੀਂ ਰੋਕ ਲਏ, ਸਮਝ ਲੈਣਾ ਹਾਲੇ ਜੀਵਨ ਰੁਕਿਆ ਹੋਇਆ ਹੈ, ਤਰੱਕੀ ਕੋਈ ਨਹੀਂ। ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਅੰਤਰ ਜੋਤ ਨਿਰੰਤਰ ਬਾਣੀ। ਜਿਨ੍ਹਾਂ ਦੇ ਫਿਰ ਅੰਦਰ ਪਰਮੇਸ਼ਰ ਦੀ ਜੋਤ ਸਾਖਸ਼ਾਤ ਪ੍ਰਗਟ ਹੋ ਜਾਂਦੀ ਹੈ, ਪਰ ਪਰਮੇਸ਼ਰ ਦੀ ਬਾਣੀ ਨਾਮ ਜਪਣ ਦੁਆਰਾ ਕਿਹਨਾਂ ਦੇ ਜੀ? ਸਾਚੇ ਸਾਹਿਬ ਸਿਉ ਲਿਵ ਲਾਈ। ਜਿਨ੍ਹਾਂ ਨੇ ਸਾਰਾ ਧਿਆਨ ਪਰਮੇਸ਼ਰ ਦੇ ਨਾਲ ਜੋੜ ਕੇ ਰੱਖਿਆ, ਲਿਵ ਲਾ ਕੇ ਰੱਖੀ, ਸੁਰਤ ਜੋੜ ਕੇ ਰੱਖੀ। ਰਹਾਉ। ਵਿਸਰਾਮ ਦੇ ਕਰਕੇ ਸੱਚੇ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਹਨ। ਅਸੰਖ ਬੈਰਾਗੀ ਕਹਿ ਬੈਰਾਗ, ਸੋ ਬੈਰਾਗੀ ਜੇ ਖਸਮੈ ਭਾਵੈ। ਕਹਿਣ ਨੂੰ ਤਾਂ ਮੇਰੇ ਵਰਗੇ ਬੜੇ ਕਹਿੰਦੇ ਵੀ ਮੇਰੇ ਅੰਦਰ ਤੜਪ ਬੜੀ ਹੈ, ਮੈਨੂੰ ਤੇ ਭਾਉਂਦਾ ਹੀ ਕੁਝ ਨਹੀਂ, ਮੈਨੂੰ ਪਰਮੇਸ਼ਰ ਦੀ ਤੜਪ ਹੀ ਇੰਨੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਅਸੰਖ ਬੈਰਾਗੀ। ਕਹਿਣ ਨੂੰ ਤਾਂ ਅਣਗਿਣਤ ਆਪਣੇ ਆਪ ਨੂੰ ਕਹਿੰਦੇ ਵੈਰਾਗੀ ਕਿ ਮੇਰੇ ਅੰਦਰ ਤੜਪ ਬੜੀ ਹੈ। ਸੋ ਬੈਰਾਗੀ,
ਅਸੰਖ ਬੈਰਾਗੀ ਕਹਿ ਬੈਰਾਗ ਕਿ ਮੈਨੂੰ ਬੈਰਾਗ ਹੋ ਗਿਆ ਜੀ। ਰੀਸ ਤੇ ਕਰਦੇ ਆ ਜੀ, ਰੀਸਾਂ ਕਰੇ ਤਨਾੜੀਆਂ ਜੋ ਸੇਵੇ ਦਰ ਖੜੀਆਂ। ਤਾਂ ਹੀ ਪਖੰਡ ਪੈਦਾ ਹੋਇਆ ਨਾ ਜੀ। ਅਸਲੀਅਤ ਤੇ ਹੈ ਸੀ ਇੱਕ, ਤੇ ਉਹ ਸਤਪੁਰਖ ਮਹਾਂਪੁਰਖ ਬ੍ਰਹਮ ਗਿਆਨੀ ਜੋ ਪਰਮੇਸ਼ਰ ਨਾਲ ਇੱਕਮਿਕ ਹੋ ਗਏ। ਪਰ ਇੱਕ ਉਹ ਜਿਨ੍ਹਾਂ ਨੂੰ ਪ੍ਰਾਪਤੀ ਤੇ ਕੋਈ ਨਹੀਂ ਹੋ ਗਈ, ਭੇਖ ਉਹਨਾਂ ਵੱਲ ਵੇਖ ਕੇ ਪਾਲਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਅਜਿਹੇ ਅਨੇਕਾਂ ਅਸੰਖ ਬੈਰਾਗੀ ਕਹਿ ਬੈਰਾਗ, ਕਹਿੰਦੇ ਸਾਨੂੰ ਬੈਰਾਗ ਹੋ ਗਿਆ, ਤੜਪ ਵਰਗੀ ਤੜਪ ਬਹੁਤ ਅੰਦਰ ਲੱਗੀ। ਪਰ ਸਤਿਗੁਰੂ ਫਰਮਾਉਂਦੇ ਸੋ ਬੈਰਾਗੀ ਜੇ ਖਸਮੇ ਭਾਵੈ। ਅਸਲ ਦੇ ਵਿੱਚ ਬੈਰਾਗੀ ਉਹ ਪਛਾਣ ਉਸ ਦੀ, ਇਸ ਦੇ ਅੰਦਰ ਪਰਮੇਸ਼ਰ ਦੀ ਤੜਪ ਹੈਗਾ ਪੈਦਾ ਹੋ ਗਈ। ਕਿਹੜਾ? ਜੇ ਖਸਮੇ ਭਾਵੈ, ਜੋ ਖਸਮ ਨੂੰ ਭਾ ਗਿਆ। ਉਸ ਦੇ ਲੱਛਣ ਕੀ ਨੇ? ਸੱਚੇ ਪਾਤਸ਼ਾਹ ਜੀ ਅੱਗੇ ਕਿਰਪਾ ਕਰਦੇ ਹਨ। ਹਿਰਦੈ ਸ਼ਬਦ ਸਦਾ ਭੈ ਰਚਿਆ, ਗੁਰ ਕੀ ਕਾਰ ਕਮਾਵੈ। ਉਹਨਾਂ ਦੀ ਫਿਰ ਪਛਾਣ ਕੀ ਆ ਵੀ ਪਰਮੇਸ਼ਰ ਦੀ ਤੜਪ ਪੈਦਾ ਹੋ ਗਈ। ਜੇ ਖਸਮੇ ਭਾਵੈ, ਖਸਮ ਨੂੰ ਕੌਣ ਭਾ ਗਏ? ਜਿਨ੍ਹਾਂ ਦੇ ਹਿਰਦੇ ਰੂਪੀ ਘਰ ਦੇ ਵਿੱਚ ਪਰਮੇਸ਼ਰ ਦਾ ਸ਼ਬਦ ਨਾਮ ਵਸ ਗਿਆ, ਸਦਾ ਭੈ ਰਚਿਆ। ਉਹ ਹਰ ਵੇਲੇ ਪਰਮੇਸ਼ਰ ਦੇ ਨਿਰਮਲ ਭਾਵ ਵਿੱਚ ਰਹਿੰਦੇ। ਇੱਕ ਤੇ ਸੰਸਾਰੀ ਭਾਵ ਕਿ ਮੈਨੂੰ ਕੋਈ ਵੇਖ ਲਵੇਗਾ, ਮੈਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਇੱਕ ਉਹ ਜਿੱਥੇ ਕਾਨੂੰਨ ਨਹੀਂ ਵੇਖਦਾ ਪਰ ਪਰਮਾਤਮਾ ਤੇ ਹਰ ਥਾਂ ਵੇਖਦਾ ਨਾ, ਉਹ ਨਿਰਮਲ ਭਾਵ। ਕੋਈ ਵੇਖ ਰਿਹਾ ਕੋਈ ਗੱਲ ਨਹੀਂ, ਕਾਨੂੰਨ ਵੇਖ ਰਿਹਾ ਕੋਈ ਵੱਡੀ ਗੱਲ ਨਹੀਂ, ਪਰ ਪਰਮੇਸ਼ਰ ਤੇ ਵੇਖ ਰਿਹਾ ਨਾ ਕਿ ਮੈਂ ਕਰ ਕੀ ਰਿਹਾ, ਉਹ ਨਿਰਮਲ ਭਾਵ। ਉਹਨਾਂ ਦੇ ਅੰਦਰ ਫਿਰ ਇਹ ਨਿਰਮਲ ਭਾਵ ਪੈਦਾ ਹੋ ਜਾਂਦਾ। ਗੁਰ ਕੀ ਕਾਰ ਕਮਾਵੈ, ਉਹ ਫਿਰ ਗੁਰੂ ਦੇ ਦੱਸੇ ਉਪਦੇਸ਼ ਦੀ ਕਾਰ ਕਮਾਉਂਦੇ, ਉਸ ਦੀ ਕਮਾਈ ਕਰਦੇ ਹਨ। ਏਕੋ ਚੇਤੈ ਮਨੁਆ ਨਾ ਡੋਲੈ, ਧਾਵਤ ਵਰਜ ਰਹਾਵੈ। ਉਹ ਫਿਰ ਇੱਕ ਪਰਿਪੂਰਨ ਪਰਮਾਤਮਾ ਨੂੰ ਚੇਤੇ ਵਿੱਚ ਰੱਖਦੇ, ਚੇਤਦੇ, ਸਿਮਰਦੇ, ਯਾਦ ਕਰਦੇ। ਅਗਲਾ ਸਟੈਪ ਨਾਲ ਮਨੁਆ ਨਾ ਡੋਲੇ। ਇਹ ਨਹੀਂ ਗੁਟਕਾ ਹੱਥ 'ਚ ਤੇ ਵੇਖ ਰਿਹਾ ਫਲਾਣੇ ਨੇ ਕੱਪੜੇ ਕਿਵੇਂ ਦੇ ਪਾਏ ਆ। ਗੁਟਕਾ ਮੇਰੇ ਹੱਥ 'ਚ ਆ ਤੇ ਫਲਾਣੇ ਵੱਲ ਵੇਖ ਰਿਹਾ ਉਹ ਕੀ ਕਰ ਰਿਹਾ। ਆਪਣੇ ਮਨ ਵੱਲ ਤੇ ਵੇਖ ਵੀ ਉਹ ਕੀ ਕਰ ਰਿਹਾ। ਉਹ ਤੇਰੇ ਨਾਲ ਹੈ ਕਿ ਉਹ ਕਿਧਰੇ ਬਾਹਰ ਆ। ਆਪਣੇ ਮਨ ਵੱਲ ਵੇਖ। ਧਰਮ ਦੇ ਰਸਤੇ ਤੇ ਤਰੱਕੀ ਤਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਮਨ ਸਾਥ ਨਹੀਂ ਦੇਣਾ। ਵੇਖੋ ਆਰੰਭਤਾ ਸਰੀਰ ਤੋਂ ਹੋਣੀ ਹੈ, ਸਰੀਰ ਨੇ ਆਉਣਾ, ਪਰ ਬਾਰ-ਬਾਰ ਮਨ ਵੱਲ ਝਾਕਣਾ। ਦੂਸਰੇ ਵੱਲ ਨਾ ਝਾਕ ਵੀ ਉਹ ਕੀ ਕਰ ਰਿਹਾ, ਉਹ ਮਾੜੇ ਕਰਮ ਕਰ ਰਿਹਾ। ਜੇ ਉਹ ਮਾੜੇ ਕਰਮ ਕਰ ਰਿਹਾ ਨਾ, ਉਹਦਾ ਹਿਸਾਬ ਕਿਤਾਬ ਕਰਨ ਵਾਸਤੇ ਪਰਮੇਸ਼ਰ ਨੇ ਧਰਮਰਾਜ ਬਿਠਾਇਆ। ਤੂੰ ਉਸ ਦੇ ਕਰਮਾਂ ਦਾ ਹਿਸਾਬ ਕਿਤਾਬ ਨਾ ਕਰ। ਸਾਂਝ ਕਰੀਜੈ ਗੁਣੇ ਕੇਰੀ, ਛੋੜ ਅਵਗਣ ਚੱਲੀਏ। ਜਿਨ੍ਹਾਂ ਨੇ ਪਰਮੇਸ਼ਰ ਦੇ ਰਸਤੇ ਤੇ ਜਿਨ੍ਹਾਂ ਦੇ ਅੰਦਰ ਤੜਪ ਪੈਦਾ ਹੋ ਗਈ ਨਾ ਜੀ, ਉਹ ਫਿਰ ਗੁਣ ਲੱਭਦੇ ਦੂਸਰੇ ਦੇ ਵਿੱਚੋਂ। ਉਹ ਦੂਸਰੇ ਦਾ ਔਗਣ ਨਹੀਂ ਵੇਖਣਗੇ। ਜਿਨ੍ਹਾਂ ਨੇ ਗੁਣ ਲੱਭੇ ਨਾ, ਉਹਨਾਂ ਨੇ ਸੱਚ ਜਾਣੇ। ਉਹਨਾਂ ਕੁੱਕਰ ਦੇ ਵਿੱਚੋਂ ਵੀ ਗੁਣ ਲੱਭ ਰਹੇ। ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਬਹੁਤ ਵੱਡਾ ਗੁਣ ਕੂਕਰ ਦਾ ਗੁਰਬਾਣੀ ਅੰਦਰ ਦਰਸਾਇਆ ਕਿ ਸੁਆਮੀ ਕੋ ਗਿਰੋ ਜਿਉ ਸਦਾ ਸੁਆਨ ਤਜਤ ਨਹੀਂ ਨਿਤ। ਜਿੰਨਾ ਮਰਜੀ ਮਾਲਕ ਮਾਰੇ ਉਹਨੂੰ ਕੁੱਟੇ, ਪਰ ਮਜਾਲ ਆ ਇੱਕ ਪਾਲਤੂ ਕੁੱਤਾ ਆਪਣੇ ਮਾਲਕ ਦਾ ਦਰ ਛੱਡ ਜਾਵੇ। ਸੱਚੇ ਪਾਤਸ਼ਾਹ ਕਹਿੰਦੇ ਇਹਦੇ ਕੋਲੋਂ ਸਿੱਖਿਆ ਲੈ। ਇਸ ਤਰ੍ਹਾਂ ਆਪਣੇ ਗੁਰੂ ਦੇ ਪਰਮੇਸ਼ਰ ਤੇ ਰਸਤੇ ਤੇ ਚੱਲ। ਸੁਆਮੀ ਕੋ ਗ੍ਰਹਿ ਜਿਉ ਸਦਾ ਸੁਆਨ ਤਜਤ ਨਹੀਂ ਨਿਤ। ਨਾਨਕ ਇਹ ਬਿਦਹਾਰ ਭਜੋ, ਇੱਕ ਮਨ ਇੱਕ ਚਿੱਤ। ਇਸੇ ਹੀ ਤਰ੍ਹਾਂ ਏਕੋ ਚਿਤੈ ਮਨੁਆ ਨਾ ਡੋਲੇ, ਧਾਵਤ ਵਰਜ ਰਹਾਵੈ। ਮਨ ਨੂੰ ਡੋਲਣ ਨਹੀਂ ਦਿੰਦਾ ਤੇ ਜੋ ਇੰਦਰੀਆਂ ਉਹਨਾਂ ਨੂੰ ਰੋਕ ਕੇ ਰੱਖਦਾ। ਜਦੋਂ ਇੰਦਰੀਆਂ ਦੀ ਗਿਣਤੀ ਕੀਤੀ ਹੈ ਨਾ ਜੀ ਵਿਦਵਾਨਾਂ ਨੇ, 5 ਕਰਮ ਇੰਦਰੇ, 5 ਗਿਆਨ ਇੰਦਰੇ, 4 ਅੰਤਸ਼ਕਰਨ ਦੇ ਇੰਦਰੇ, ਲਿੰਗ ਗੁਦਾ ਹੱਥ ਪੈਰ ਮੂੰਹ, 5 ਕਰਮ ਇੰਦਰੇ, ਗਿਆਨ ਇੰਦਰੇ, ਅੱਖਾਂ ਨੱਕ ਕੰਨ ਚਮੜੀ ਜੀਭ। ਇਹ 5 ਕਰਮ ਗਿਆਨ ਇੰਦਰੇ ਜੀ। 10 ਮਨ ਬੁੱਧ ਚਿੱਤ ਹੰਕਾਰ 4 14
15ਵੇਂ ਇਹ ਸਵਾਸ 16ਵਾਂ ਸਰੀਰ ਕਿਧਰੇ ਕੁਝ ਵਿਦਵਾਨਾਂ ਨੇ ਆਤਮਾ ਗੇੜੀ। ਜਦੋਂ ਇਹਨਾਂ 16 ਨੂੰ ਵਰਜ ਕੇ ਰਹਾਉਂਦਾ ਨਾ, ਇਹ ਸਹੀ ਕੰਮ ਕਰ ਰਹੇ ਆ, ਧਾਵਤ ਵਰਜ ਰਹਾਵੈ, ਫੇਰ ਧਰਮ ਦੇ ਰਸਤੇ ਤੇ ਤਰੱਕੀ ਹੋਵੇਗੀ। ਸਹਜੇ ਮਾਤਾ ਸਦਾ ਰੰਗ ਰਾਤਾ, ਸਾਚੇ ਕੇ ਗੁਣ ਗਾਵੈ। ਜਿਹੜਾ ਫਿਰ ਸੱਚੇ ਪਰਮੇਸ਼ਰ ਦੇ ਗੁਣ ਗਾਉਂਦਾ ਨਾ, ਸਦਾ ਰੰਗ ਰਾਤਾ ਪਰਮੇਸ਼ਰ ਦੀ ਪ੍ਰੇਮਾ ਭਗਤੀ ਦੇ ਵਿੱਚ ਰੰਗਿਆ ਜਾਂਦਾ, ਸਹਜੇ ਮਾਤਾ ਉਹ ਸਹਿਜ ਅਵਸਥਾ ਵਿੱਚ ਮਸਤ ਹੋ ਜਾਂਦਾ ਹੈ। ਸਾਚੇ ਕੇ ਗੁਣ ਗਾਵੈ, ਉਹ ਪਰਿਪੂਰਨ ਪਰਮਾਤਮਾ ਸੱਚੇ ਦੇ ਗੁਣ ਗਾਉਂਦਾ ਹੈ। ਮਨੁਆ ਪਾਉਣ ਬਿੰਦ ਸੁਖ ਵਾਸੀ, ਨਾਮ ਵਸੈ ਸੁਖ ਭਾਈ। ਫਿਰ ਸੱਚੇ ਪਾਤਸ਼ਾਹ ਜੀ ਕਹਿੰਦੇ ਅਵੇਸਲਾ ਨਾ ਹੋਈ, ਅਲਰਟ ਰਹੀਂ, ਸਾਵਧਾਨ ਹੋਈ, ਕੰਮ ਕੋਈ ਸੌਖਾ ਨਹੀਂ ਹੈ, ਪਰ ਸਾਵਧਾਨ ਹੋ ਕੇ ਚੱਲੇਗਾ ਤੇ ਇਹ ਔਖਾ ਕੰਮ ਸੌਖਾ ਹੋ ਜਾਵੇਗਾ। ਪਰ ਜੇ ਇਸ ਨੂੰ ਤੂੰ ਇਗਨੋਰ ਕਰ ਛੱਡਿਆ ਤੇ ਤੇਰਾ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਦਾ ਸੰਕਲਪ ਪੂਰਾ ਨਹੀਂ ਹੋਣਾ। ਪਹਿਲਾ ਨੁਕਤਾ ਨਿਗਾਹ ਸਤਿਗੁਰਾਂ ਨੇ ਦੱਸਿਆ, ਮਨੁਆ ਪਾਉਣ। ਇਹ ਜੋ ਮਨ ਆ ਨਾ, ਹਵਾ ਦੇ ਵੇਗ ਵਾਂਗ ਤੇਜ ਹੈ। ਬਿੰਦ ਸੁਖ ਵਾਸੀ, ਉਹ ਸੁੱਖਾਂ ਦੇ ਵਾਸੀ ਪਰਿਪੂਰਨ ਪਰਮਾਤਮਾ ਪਰਮੇਸ਼ਰ ਦਾ ਨਾਮ ਇੱਕ ਬਿੰਦ, ਇੱਕ ਖਿਨ, ਇੱਕ ਪਲ ਭਾਰ ਵਾਸਤੇ ਵੀ ਨਾਮ ਵਸੈ ਸੁਖ ਭਾਈ। ਜੇ ਉਹ ਅੰਦਰ ਨਾਮ ਵਸ ਜਾਵੇ, ਪਰ ਮਨ ਦੀ ਨਿਗਾਹਬਾਨੀ ਕਰਨੀ ਪਵੇਗੀ। ਮਨ ਨਾਲ ਹੈ, ਇਹ ਕੋਲ ਹੈ ਕਿ ਜਾਂ ਇਹ ਮੈਨੂੰ ਬਿਠਾ ਕਰਕੇ ਹੋਰ ਦੇਸਾਂ ਵਿਦੇਸਾਂ ਦੀ ਸੈਰ ਕਰ ਰਿਹਾ ਹੈ। ਜਿਹਬਾ ਨੇਤਰ ਸੋਤਰ ਸੱਚ ਰਾਤੇ, ਜਲ ਬੂਝੀ ਤੁਝੇ ਬੁਝਾਈ। ਫਿਰ ਸੱਚੇ ਪਾਤਸ਼ਾਹ ਜੀ ਇੱਕ ਇੱਕ ਕਰਮ ਇੰਦਰੀ, ਗਿਆਨ ਇੰਦਰੀ ਦਾ ਕਰਮ ਜ਼ਿਕਰ ਕਰ ਰਹੇ ਆ। ਜੇਬਾ, ਜੀਭ ਵੱਲ ਵੇਖ, ਇਹ ਕਿਸੇ ਦੀ ਬੁਰਾਈ ਕਰ ਰਹੀ ਹੈ ਕਿ ਨਾਮ ਜਪ ਰਹੀ ਹੈ। ਨੇਤਰ, ਅੱਖਾਂ ਵੱਲ ਵੇਖ, ਇਹ ਗੁਰੂ ਦਰਸ਼ਨ ਕਰ ਰਹੇ ਆ ਕਿ ਜਾਂ ਇਹ ਕਿਸੇ ਦਾ ਰੂਪ ਵੇਖ ਕੇ ਅੰਦਰ ਵਾਸ਼ਨਾਵਾਂ ਦੀ ਤੈਨੂੰ ਪੂਰਤੀ ਕਰਕੇ ਦੇ ਰਹੇ ਆ। ਸੋਤਰ, ਕੰਨ ਵੇਖ, ਇਹ ਸੁਣ ਕੀ ਰਹੇ ਆ, ਇਹ ਪਰਮੇਸ਼ਰ ਦਾ ਨਾਮ ਸੁਣ ਰਹੇ ਆ ਕਿ ਜਾਂ ਨਿੰਦਿਆ ਚੁਗਲੀ ਸੁਣਨ ਵਿੱਚ ਰੁੱਝੇ ਆ। ਜਦੋਂ ਇਹ ਸਾਰੇ ਸਹੀ ਕੰਮ ਕਰਨਗੇ ਸੱਚ ਰਾਤੇ, ਫਿਰ ਤੂੰ ਸੱਚੇ ਨਾਮ ਦੇ ਵਿੱਚ ਰੰਗਿਆ ਜਾਵੇਂਗਾ। ਜਾਲ ਬੂਝੀ, ਫਿਰ ਤੇਰੇ ਅੰਦਰੋਂ ਤ੍ਰਿਸ਼ਨਾ ਦੀ ਅਗਨ, ਵਿਸ਼ੇ ਵਿਕਾਰਾਂ ਦੀ ਅਗਨ ਬੁਝ ਜਾਵੇਗੀ। ਪਰ ਪਰਿਪੂਰਨ ਪਰਮਾਤਮਾ ਬੁਝਦੀ ਉਹਨਾਂ ਦੀ ਜਿਨ੍ਹਾਂ ਦੇ ਉੱਪਰ ਤੂੰ ਤੁਝੇ ਬੁਝਾਈ ਬਖਸ਼ਿਸ਼ ਕਰ ਦਿੰਦਾ ਹੈ। ਆਸ ਨਿਰਾਸ ਰਹਿ ਬੈਰਾਗੀ, ਨਿਜ ਘਰ ਤਾੜੀ ਲਾਈ। ਜੋ ਇਸ ਸੰਸਾਰ ਦੇ ਵਿੱਚ ਰਹਿੰਦੇ, ਆਸਾ ਦੇ ਘਰ ਸੰਸਾਰ ਵਿੱਚ ਰਹਿੰਦੇ, ਪਰ ਨਿਰਾਸ਼ ਹੋ ਕੇ ਰਹਿੰਦੇ, ਇਪਰਾਮ ਹੋ ਕੇ ਰਹਿੰਦੇ, ਉਹ ਰਹਿੰਦੇ ਤੇ ਘਰ-ਬਾਰ ਪਰਿਵਾਰ ਧੀਆਂ ਪੁੱਤਰ ਪਦਾਰਥਾਂ ਵਿੱਚ, ਪਰ ਨਿਰਾਸ਼ ਹੋ ਕੇ ਵੈਰਾਗੀ ਹੋ ਕੇ ਰਹਿੰਦੇ, ਪਰਮੇਸ਼ਰ ਦੀ ਅੰਦਰ ਤੜਪ ਬਣੀ ਰਹਿੰਦੀ। ਨਿਜ ਘਰ ਤਾੜੀ ਲਾਈ, ਕੰਮ ਕੀ ਕਰਦੇ ਐ, ਅੰਦਰ ਸਮਾਧੀ ਸਥਿਤ ਹੋਏ ਰਹਿੰਦੇ, ਧਿਆਨ ਅੰਦਰ ਨੂੰ ਮੋੜ ਕੇ ਰੱਖਦੇ ਹਨ। ਭਿਖਿਆ ਨਾਮ ਰੱਜੇ ਸੰਤੋਖੀ, ਅੰਮ੍ਰਿਤ ਸਹਿਜ ਪੀਆਈ। ਜਿਹੜੇ ਪਰਮੇਸ਼ਰ ਦੇ ਕੋਲੋਂ ਬਾਰ-ਬਾਰ ਨਾਮ ਦੀ ਜਾਚਨਾ ਕਰਦੇ, ਗੁਰੂ ਪਰਮੇਸ਼ਰ ਮਿਹਰ ਕਰ ਅੰਦਰ ਵਸ ਜਾਵੇ। ਜਦੋਂ ਬਾਰ-ਬਾਰ ਨਾਮ ਦੀ ਭਿਖਿਆ ਮੰਗਦੇ ਨਾ, ਜਿਨ੍ਹਾਂ ਦੇ ਅੰਦਰ ਫਿਰ ਪਰਮੇਸ਼ਰ ਦਾ ਨਾਮ ਵਸ ਜਾਂਦਾ, ਉਹ ਰੱਜੇ ਸੰਤੋਖੀ, ਉਹਨਾਂ ਦੀ ਫਿਰ ਪਛਾਣ, ਉਹ ਸੰਤੋਖੀ ਹੋ ਜਾਂਦੇ। ਅੰਮ੍ਰਿਤ ਸਹਿਜ ਪਿਆਈ, ਫਿਰ ਪਰਮੇਸ਼ਰ ਦਾ ਅੰਮ੍ਰਿਤ ਨਾਮ ਸੁਤੇ ਸਿੱਧ ਅੰਦਰ ਵਸ ਜਾਂਦਾ, ਪਰਮੇਸ਼ਰ ਉਹਨਾਂ ਨੂੰ ਪਿਆ ਦਿੰਦਾ ਹੈ। ਦੁਬਿਧਾ ਵਿੱਚ ਬੈਰਾਗ ਨਾ ਹੋਵੀ, ਜਬ ਲਗ ਦੂਜੀ ਰਾਈ। ਪਰ ਜਦੋਂ ਤੱਕ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਦਰ ਦੁਬਿਧਾ ਨਾ, ਇੱਕ ਫੁਰਨਾ ਵੀ ਤੈਨੂੰ ਹਾਲੇ ਹੋਰ ਬੰਨੇ ਖੜ ਰਿਹਾ। ਇਹਨਾਂ 16 ਤੇਰੀਆਂ ਇੰਦਰੀਆਂ ਵਿੱਚੋਂ ਇੱਕ ਇੰਦਰੀ ਵੀ ਕੋਈ ਗਲਤ ਫੁਰਨਾ ਪੈਦਾ ਕਰਕੇ ਦੇ ਰਹੀ ਹੈ ਨਾ, ਰਾਈ ਮਾਤਰ ਵੀ ਜਦੋਂ ਤੱਕ ਤੇਰੇ ਅੰਦਰ ਹੋਰ ਫੁਰਨਾ ਬਣ ਰਿਹਾ, ਤੈਨੂੰ ਬੈਰਾਗ ਤੜਪ ਪੈਦਾ ਨਹੀਂ ਹੋਵੇਗੀ। ਸਭ ਜਗ ਤੇਰਾ ਤੂੰ ਏਕੋ ਦਾਤਾ, ਅਵਰ ਨਾ ਦੂਜਾ ਭਾਈ। ਇਹਨਾਂ ਫੁਰਨਿਆਂ ਨੂੰ, ਵਿਸ਼ੇ ਵਿਕਾਰਾਂ, ਵਾਸ਼ਨਾਵਾਂ ਨੂੰ, ਤ੍ਰਿਸ਼ਨਾ ਨੂੰ ਮਾਰਨਾ ਕਿਵੇਂ, ਇਹ ਅੰਦਰ ਭਰੋਸਾ ਬਣਾ ਕੇ ਸਾਰੇ ਸੰਸਾਰ ਦਾ ਤੂੰ ਇੱਕੋ ਹੀ ਦਾਤਾ ਹੈ, ਅਵਰ ਨਾ ਦੂਜਾ ਭਾਈ, ਹੋਰ ਕੋਈ ਪਰਮੇਸ਼ਰ ਨਹੀਂ ਹੈ। ਮਨਮੁਖ ਜੰਤ ਦੁਖ ਸਦਾ ਨਿਵਾਸੀ, ਗੁਰਮੁਖ ਦੇ ਵਡਿਆਈ। ਪਰ ਜੋ ਮਨ ਦੇ ਚੱਲਣ ਮਗਰ ਚੱਲਣ ਵਾਲੇ ਮਨੁੱਖ ਹਨ ਨਾ,
ਉਹ ਸਦਾ ਹੀ ਦੁੱਖ ਅਤੇ ਸੁੱਖ ਵਿੱਚ ਜਿਉਂਦੇ ਹਨ। ਦੁੱਖ ਸਦਾ ਨਿਵਾਸੀ ਬਾਰ-ਬਾਰ ਜੰਮਣ ਮਰਨ ਦੇ ਦੁੱਖ ਵੀ ਭੋਗਦੇ ਹਨ। ਗੁਰਮੁਖ ਦੇ ਵਡਿਆਈ, ਜਿਨ੍ਹਾਂ ਨੇ ਮੁਖ ਗੁਰੂ ਵੱਲ ਰੱਖਿਆ, ਗੁਰੂ ਦੇ ਨਾਮ ਨੂੰ ਜਪਿਆ, ਉਹਨਾਂ ਨੂੰ ਤੂੰ ਵਡਿਆਈ ਅਭੇਦਤਾ ਬਖਸ਼ਿਸ਼ ਕਰ ਦਿੱਤੀ। ਅਪਰ ਅਪਾਰ ਅਗੰਮ ਅਗੋਚਰ, ਕਹਿਣੈ ਕੀਮ ਨਾ ਪਾਈ। ਉਹ ਜੋ ਅਪਰ, ਜਿਸ ਦਾ ਉਰਲਾ ਪਾਸਾ ਸਾਡੀ ਸਮਝ ਵਿੱਚ ਨਹੀਂ, ਅਪਾਰ ਪਾਰਲਾ ਪਾਸਾ ਸਾਨੂੰ ਨਹੀਂ ਪਤਾ, ਜਿਸ ਪਰਿਪੂਰਨ ਪ੍ਰਮਾਤਮਾ ਦਾ ਆਦ ਅਤੇ ਅੰਤ ਅਸੀਂ ਨਹੀਂ ਜਾਣ ਸਕਦੇ। ਅਗੰਮ, ਜੋ ਸਾਡੀ ਪਹੁੰਚ ਤੋਂ ਪਰੇ, ਅਗੋਚਰ, ਜੋ ਸਾਡੀਆਂ ਇੰਦਰੀਆਂ ਜਿਸ ਨੂੰ ਦ੍ਰਿਸ਼ਟ ਨਹੀਂ ਕਰ ਸਕਦੀਆਂ। ਕਹਿਣੇ ਕੀਮ ਨਾ ਪਾਈ, ਕਹਿ ਕੇ ਅਸੀਂ ਉਸ ਦੀ ਕੀਮਤ ਨਹੀਂ ਪਾ ਸਕਦੇ। ਇੱਕ ਗੱਲ ਹੈ, ਉਸ ਦੇ ਵਿੱਚ ਅਭੇਦ ਹੋ ਕਰਕੇ, ਆਪਣੀ ਹਸਤੀ ਮਿਟਾ ਕਰਕੇ ਜੰਮਣ ਮਰਨ ਦੇ ਗੇੜ ਤੋਂ ਛੁੱਟ ਸਕਦੇ ਹਾਂ। ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਜਿਨ੍ਹਾਂ ਨੇ ਕਿਹਾ ਤੇਰੇ ਵਿੱਚ ਤੇ ਸਮਾ ਸਕੇ, ਸਮਾ ਗਏ, ਪਰ ਤੇਰੀ ਕੀਮਤ ਪਾਉਣ ਦੀ ਜਿਨ੍ਹਾਂ ਨੇ ਕੋਸ਼ਿਸ਼ ਕੀਤੀ, ਉਹ ਦੁਬਦਾ ਵਿੱਚ ਪੈ ਗਏ। ਸੁਨ ਸਮਾਦ ਮਹਾ ਪਰਮਾਰਥ, ਤੀਨ ਭਵਨ ਪਤ ਨਾਮੰ। ਤੀਨ ਭਵਨ ਪਤ ਨਾਮੰ, ਜੋ ਤਿੰਨਾਂ ਭਵਨਾਂ ਦਾ ਮਾਲਕ ਹੈ, ਆਕਾਸ਼, ਧਰਤੀ ਅਤੇ ਪਤਾਲ। ਉਸ ਪਰਿਪੂਰਨ ਪਰਮਾਤਮਾ ਜੋ ਤਿੰਨਾਂ ਭਵਨਾਂ ਦਾ ਪਤ ਨਾਮੰ ਪਤੀ ਹੈ, ਉਸ ਦਾ ਨਾਮ ਜਿਨ੍ਹਾਂ ਨੇ ਜਪਿਆ, ਜ਼ਿੰਦਗੀ ਦੇ ਵਿੱਚ ਬਦਲਾਵ ਆਇਆ। ਸੁੰਨ ਸਮਾਦ, ਅਹੋਰ ਅਵਸਥਾ ਵਿੱਚ ਹੋ ਗਏ, ਅੰਦਰੋਂ ਫੁਰਨੇ ਮੁੱਕ ਗਏ, ਸਾਰੀਆਂ ਇੰਦਰੀਆਂ ਨੇ ਸਾਥ ਦੇ ਦਿੱਤਾ, ਸੰਜਮ ਦੇ ਵਿੱਚ ਰੱਖ ਲਿਆ। ਉਹਨਾਂ ਨੂੰ ਧਾਵਤ ਵਰਜ ਰਹਾਈ ਦੀ ਕਾਰ ਸਫਲੀ ਹੋ ਗਈ, ਪ੍ਰਾਪਤੀ ਹੋਈ ਮਹਾ ਪਰਮਾਰਥ, ਜੋ ਵੱਡਾ ਸਿਧਾਂਤ ਰੂਪ ਪਰਿਪੂਰਨ ਪਰਮਾਤਮਾ ਦਾ ਗਿਆਨ, ਪਰਮਾਤਮਾ ਉਹਨਾਂ ਨੂੰ ਪ੍ਰਾਪਤੀ ਹੋ ਗਈ। ਤੀਨ ਭਵਨ ਪਤ ਨਾਮੰ, ਜਿਨ੍ਹਾਂ ਨੇ ਆਪਣੇ ਮਨ ਦੀ ਨਿਗਾਹਬਾਨੀ ਕੀਤੀ ਨਾ, ਉਹ ਜਾਗਤ ਸੁਪਨ ਸਖੋਪਤ, ਇਹਨਾਂ ਤਿੰਨਾਂ ਅਵਸਥਾ ਤੋਂ ਨਿਕਲ ਕੇ ਸੁੰਨ ਸਮਾਦ ਅਫੁਰ ਅਵਸਥਾ ਵਿੱਚ ਪਹੁੰਚ ਗਏ। ਮਹਾ ਪਰਮਾਰਥ, ਉਹਨਾਂ ਨੇ ਸਿਧਾਂਤ ਰੂਪ ਵੱਡੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ। ਮਸਤਕ ਲੇਖ ਜੀਆਂ ਜਗ ਜੋਨੀ, ਸਿਰ ਸਿਰ ਲੇਖ ਸਹਾਮੰ। ਪਰ ਇੱਕ ਵੱਡਾ ਕਾਰਨ ਜੋ ਵਿੱਚ ਖੜੋਤ ਪਾਉਂਦਾ, ਉਹ ਮਸਤਕ ਲੇਖ ਜੀਆਂ ਜਗ ਜੋਨੀ, ਜੋ ਪਿਛਲੇ ਕੀਤੇ ਹੋਏ ਕਰਮਾਂ ਦੇ ਨਖਿੱਧ ਕਰਮ, ਉਹ ਮੱਥੇ ਦੇ ਲੇਖ ਬਣ ਕੇ ਇਸ ਜਨਮ ਵਿੱਚ ਨਾਲ ਚੱਲ ਰਹੇ। ਸਿਰ ਸਿਰ ਲੇਖ ਸਹਾਮੰ, ਉਹਨਾਂ ਦਾ ਫਿਰ ਖਿੱਚਿਆ ਹੋਇਆ ਮਨੁੱਖ ਕਰਮਾਂ ਦੇ ਮਗਰ ਚੱਲਿਆ ਜਾਂਦਾ ਹੈ। ਕਰਮ ਸੋ ਕਰਮ ਕਰਾਏ ਆਪੇ, ਆਪੇ ਭਗਤ ਦ੍ਰਿੜਾਮੰ। ਪਰ ਜਿਨ੍ਹਾਂ ਉੱਪਰ ਗੁਰੂ ਪਰਮੇਸ਼ਰ ਮਿਹਰ ਕਰਦਾ ਨਾ, ਉਹਨਾਂ ਨੂੰ ਕਰਮ ਜੋ ਸਹਿਤ ਇੱਛਾ ਦੇ ਕਰਮ, ਉਹਨਾਂ ਵੱਲੋਂ ਰੋਕ ਕੇ ਸੋ ਕਰਮ, ਸ੍ਰੇਸ਼ਟ ਕਰਮਾਂ ਵੱਲ, ਨਿਸਕਰਮਾਂ ਵੱਲ ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਾ ਹੋਤ ਪ੍ਰਾਪਤ ਸੁਆਮੀ। ਉਹਨਾਂ ਨੂੰ ਫਿਰ ਨਿਸ਼ਕਾਮ ਕਰਮਾਂ ਵੱਲ ਲਾ ਦਿੰਦਾ। ਕਿਵੇਂ? ਆਪੇ ਭਗਤ ਦ੍ਰਿੜਾਮੰ, ਆਪਣੀ ਪ੍ਰੇਮਾ ਭਗਤੀ ਦ੍ਰਿੜ ਕਰਵਾ ਦਿੰਦਾ ਹੈ। ਮਨ ਮੁਖ ਝੂਠ ਲਹੈ ਭੈ ਮਾਨੰ, ਆਪੇ ਗਿਆਨ ਅਗਾਮੰ। ਉਹਨਾਂ ਦੇ ਫਿਰ ਜਿਨ੍ਹਾਂ ਨੂੰ ਆਪੇ ਭਗਤ ਦ੍ਰਿੜਾਮੰ, ਪ੍ਰੇਮਾ ਭਗਤੀ ਦ੍ਰਿੜ ਕਰਵਾ ਦਿੰਦਾ ਨਾ ਪਰਿਪੂਰਨ ਪਰਮਾਤਮਾ ਗੁਰੂ ਦੇ ਰਾਹੀਂ, ਉਹਨਾਂ ਦੇ ਫਿਰ ਮਨ ਅੰਦਰੋਂ ਵਿਸ਼ੇ ਵਿਕਾਰਾਂ ਦੀ ਝੂਠ ਲੈ ਜਾਂਦੀ ਹੈ। ਮੁੱਖ ਦੇ ਵਿੱਚੋਂ ਝੂਠ ਬੋਲਣ ਦੀ, ਗਲਤ ਬੋਲਣ ਦੀ, ਨਿੰਦਿਆ ਕਰਨ ਦੀ, ਚੁਗਲੀ ਕਰਨ ਦੀ ਝੂਠ ਲੈ ਜਾਂਦੀ ਹੈ। ਭੈ ਮਾਨੰ, ਮਨ ਮੁੱਖ ਝੂਠ ਲਹੈ, ਉਹਨਾਂ ਦੇ ਮਨ ਦੇ ਵਿੱਚੋਂ ਵਿਸ਼ੇ ਵਿਕਾਰਾਂ ਦੀ, ਹਿਰਦੇ ਵਿੱਚੋਂ ਵਿਸ਼ੇ ਵਿਕਾਰਾਂ ਦੀ ਝੂਠ ਉਤਰ ਜਾਂਦੀ ਹੈ। ਮੁੱਖ ਦੇ ਵਿੱਚੋਂ ਝੂਠ ਦੀ, ਖੋਟੇ ਕਰਮਾਂ ਦੀ, ਪਰਾਈ ਨਿੰਦਿਆ ਕਰਨ ਦੀ, ਪਰਾਈ ਚੁਗਲੀ ਕਰਨ ਦੀ ਝੂਠ ਲੈ ਜਾਂਦੀ ਹੈ। ਪਰ ਉਹ ਇੱਕ ਅਲਰਟ ਰਹਿੰਦੇ, ਭੈ ਮਾਨੰ, ਉਸ ਦਾ ਹਰੇਕ ਥਾਂ ਹਾਜ਼ਰ ਨਾਜ਼ਰ ਹੋਣ ਦਾ ਨਿਰਮਲ ਭਾਉ ਮੰਨਦੇ। ਆਪੇ ਗਿਆਨ ਅਗਾਮੰ, ਪਰ ਇਹ ਗਿਆਨ ਪਰਿਪੂਰਨ ਪਰਮਾਤਮਾ ਪਰਮੇਸ਼ਰ ਗੁਰੂ ਦੀ ਰਾਹੀਂ ਪੈਦਾ ਕਰਦਾ ਹੈ। ਜਿਨ ਚਾਖਿਆ ਸੇਈ ਸਾਧ ਜਾਣਨ, ਜਿਉ ਗੂੰਗੇ ਮਿਠਿਆਈ। ਜਿਹੜੇ ਫਿਰ ਇਸ ਅਵਸਥਾ ਵਿੱਚੋਂ ਲੰਘ ਗਏ ਨਾ,
ਹਿਰਦੇ ਨੂੰ ਵੀ ਕੰਟਰੋਲ ਕਰ ਲਿਆ ਵੀ ਵਿਸ਼ੇ ਵਿਕਾਰ ਹਾਵੀ ਨਹੀਂ ਹੋ ਰਹੇ, ਨਾਮ ਟਿਕਿਆ ਹੋਇਆ। ਮੂੰਹ ਨੂੰ ਵੀ ਕੰਟਰੋਲ ਕਰ ਲਿਆ, ਮੁਖ ਨੂੰ ਭੈ ਮਨ ਦੇ ਹਰ ਥਾਂ ਹਾਜ਼ਰ ਨਾਜ਼ਰ ਹੋਣ ਦਾ। ਉਹ ਫਿਰ ਸੱਚੇ ਪਾਤਸ਼ਾਹ ਉਹਨਾਂ ਦੀ ਦੱਸਦੇ ਨਿਸ਼ਾਨੀ, ਜਿਨ ਚਾਖਿਆ ਸੇਈ ਸਾਧ ਜਾਣਨ। ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਦਾ ਸਵਾਦ ਚੱਖ ਰਿਆ ਨਾ, ਉਹੋ ਹੀ ਜਾਣਦੇ। ਜਿਉਂ ਗੁੰਗੇ ਮਠਿਆਈ, ਗੁੰਗੇ ਨੇ ਮਠਿਆਈ ਖਾਧੀ ਹੋਵੇ ਨਾ, ਬੋਲ ਤੇ ਨਹੀਂ ਸਕਦਾ, ਪਰ ਉਸ ਦੀ ਮੁਸਕਰਾਹਟ, ਉਸ ਦੇ ਚਿਹਰੇ ਦੇ ਚਿੰਨ੍ਹ, ਉਸ ਦੇ ਹਾਵ ਭਾਵ ਦੱਸਦੇ ਇਹਨੇ ਕੁਝ ਖਾਧਾ, ਇਹਨੂੰ ਕੁਝ ਮਿਲਿਆ, ਇਹਨੇ ਕਿਸੇ ਚੀਜ਼ ਦਾ ਰਸ ਮਾਣ ਲਿਆ। ਇਸੇ ਹੀ ਤਰ੍ਹਾਂ ਜਿਨ੍ਹਾਂ ਨੂੰ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਹੋ ਗਈ ਨਾ, ਉਹ ਫਿਰ ਸਹਿਜੇ ਸਹਿਜੇ ਚੁੱਪ ਹੁੰਦੇ ਜਾਂਦੇ ਆ, ਸਹਿਜੇ ਸਹਿਜੇ ਉਹ ਸ਼ਾਂਤ ਹੋ ਜਾਂਦੇ। ਪਰ ਉਹਨਾਂ ਦੇ ਚਿਹਰੇ ਦੀ ਬਣਤਰ, ਉਹਨਾਂ ਦੀਆਂ ਅੱਖਾਂ, ਉਹਨਾਂ ਦਾ ਤੁਰਨਾ, ਉਹਨਾਂ ਦਾ ਫਿਰਨਾ, ਉਹਨਾਂ ਦਾ ਬੈਠਣਾ, ਉਹਨਾਂ ਦਾ ਉੱਠਣਾ, ਉਹਨਾਂ ਦਾ ਵਿਚਰਨਾ, ਭਾਵੇਂ ਉਹ ਕਿਸੇ ਵਿਆਹ ਦੇ ਸਮਾਗਮ ਵਿੱਚ ਬੈਠੇ, ਭਾਵੇਂ ਉਹ ਕਿਸੇ ਗਮੀ ਦੇ ਸਮਾਗਮ ਦੇ ਵਿੱਚ ਬੈਠੇ, ਉਹਨਾਂ ਦੇ ਸਰੀਰ ਦੀ ਕਿਰਿਆ, ਉਹਨਾਂ ਦੇ ਚਿਹਰੇ ਦੇ ਹਾਵ ਭਾਵ ਦੱਸ ਦਿੰਦੇ ਹੈ ਇਹ ਆਪਣੇ ਅੰਦਰ ਕੁਝ ਸਮੋਈ ਬੈਠੇ ਆ। ਉਹ ਗੱਲ ਵੱਖਰੀ ਹੈ ਕਿ ਅਜਿਹੇ ਮਨੁੱਖਾਂ ਨੂੰ ਆਪਾਂ ਸੰਸਾਰੀ ਲੋਕ ਇਗਨੋਰ ਕਰ ਦਿੰਦੇ ਹਾਂ, ਉਹਨਾਂ ਨੂੰ ਆਪਾਂ ਵਾਧੂ ਸਮਝ ਛੱਡਦੇ ਹਾਂ, ਪਰ ਉਹ ਆਪਣੇ ਅੰਦਰ ਅਜਿਹੇ ਤਜਰਬੇ ਸਮੋਈ ਬੈਠੇ ਹੁੰਦੇ ਹਨ ਨਾ, ਜਦੋਂ ਕਿਤੇ ਉਹਨਾਂ ਦੇ ਕੋਲੋਂ ਤਰਲਾ ਲੈ ਕੇ ਕੋਈ ਤਜਰਬਾ ਮੰਗੀਏ ਨਾ, ਸੇਈ ਗੁਰਮੁਖ ਪਿਆਰੇ ਮੇਲ, ਐਵੇਂ ਨਹੀਂ ਮੰਗਿਆ, ਇਹ ਉਹਨਾਂ ਦਾ ਮੰਗਿਆ। ਜਿਨ ਚਾਖਿਆ ਸੇਈ ਸਾਧ ਜਾਣਨ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪ੍ਰਾਪਤੀ ਜਾਣਦੇ ਹਨ। ਅਕਥੈ ਕਾ ਕਿਆ ਕਥੀਐ ਭਾਈ, ਚਾਲੋ ਸਦਾ ਰਜਾਈ। ਕਿਉਂਕਿ ਪਰਮੇਸ਼ਰ ਅਕਥ ਹੈ, ਉਹਨਾਂ ਨੂੰ ਪਤਾ ਅਸੀਂ ਇਹ ਕਿਵੇਂ ਕਥ ਸਕਦੇ ਹਾਂ। ਕੇਵਲ ਕੀ ਕੰਮ ਕਰਨਾ, ਚਾਲੋ ਸਦਾ ਰਜਾਈ। ਦੁੱਖ ਆਇਆ ਉਹਦੀ ਰਜਾ, ਸੁੱਖ ਆਇਆ ਉਹਦੀ ਰਜਾ। ਕਹੈ ਕਬੀਰ ਗੁਲਾਮ ਘਰ ਕਾ, ਜੀਆ ਇਹ ਭਾਵੇਂ ਮਾਰ। ਇਹ ਅਵਸਥਾ ਕਹਿ ਦੇਣੀ, ਸੁਣ ਲੈਣੀ ਬੜੀ ਸੌਖੀ, ਪਰ ਦੁੱਖ ਸੁੱਖ ਜਦੋਂ ਪਿੰਡੇ 'ਤੇ ਹੰਡਾਉਣਾ ਪੈਂਦਾ ਨਾ, ਸਮਾਂ ਸੀਮਤ ਨਹੀਂ ਤੇ ਇਤਿਹਾਸ ਭਰਿਆ ਪਿਆ। ਬੜੇ ਬੜੇ ਕਹਿਣ ਨੂੰ ਮੇਰੇ ਵਰਗੇ, ਪਰ ਮਾੜੀ ਜੀ ਦੁੱਖ ਦੀ ਚੋਭ ਲਾ ਕੇ ਪਰਮੇਸ਼ਰ ਨੇ ਇਮਤਿਹਾਨ ਪਾਇਆ, ਡੋਲ ਗਏ ਜੀ, ਛੱਡ ਗਏ ਧਰਮ ਦਾ ਰਸਤਾ, ਗੁਰੂ ਨੂੰ ਵੀ ਛੱਡ ਗਏ। ਇੱਥੋਂ ਤੱਕ ਛੋਟਾ ਜਿਹਾ ਲਾਲਚ, ਕਕਾਰ ਵੀ ਲਾ ਦਿੱਤੇ, ਕੇਸ ਵੀ ਕਤਲ ਕਰਾ ਦਿੱਤੇ। ਛੋਟੇ ਛੋਟੇ ਲਾਲਚਾਂ ਦੇ ਮਗਰ ਜਦੋਂ ਗੁਰੂ ਦੀ ਸਿੱਖੀ ਨੂੰ ਤਲਾਂਜਲੀ ਦੇ ਦਿੱਤੀ। ਇਹ ਚਾਲੋ ਸਦਾ ਰਜਾਈ ਵਾਲਾ ਮਾਰਗ ਨਹੀਂ, ਚਾਲੋ ਸਦਾ ਰਜਾਈ ਉਸ ਦੀ ਰਜਾ, ਉਸ ਦੇ ਹੁਕਮ ਦੇ ਵਿੱਚ, ਉਸ ਦੀ ਆਗਿਆ ਵਿੱਚ ਚੱਲਣ ਦਾ ਮਾਰਗ ਤੇ ਹੈ। ਮੰਗੀਏ ਜ਼ਰੂਰ, ਮਿਲ ਗਿਆ ਤਾਂ ਭਲਾ, ਨਾ ਮਿਲਿਆ ਤਾਂ ਭਲਾ। ਗੁਰ ਦਾਤਾ ਮੇਲੇ ਤਾਂ ਮਤ ਹੋਵੈ, ਨਿਗੋਰੇ ਮਤ ਨਾ ਕਾਈ। ਪਰ ਇਹ ਜਿਨ੍ਹਾਂ ਨੂੰ ਪਰਮੇਸ਼ਰ ਗੁਰੂ ਮਿਲਾ ਦਿੰਦਾ, ਇਹ ਦਾਤ ਦੇ ਦਿੰਦਾ, ਮਤ ਹੋਵੇ, ਜਿਨ੍ਹਾਂ ਨੂੰ ਗੁਰੂ ਦੀ ਮਤ ਸਿੱਖਿਆ ਮਿਲ ਜਾਂਦੀ ਹੈ, ਇਹ ਅਵਸਥਾ ਉਹਨਾਂ ਨੂੰ ਮਿਲਦੀ ਹੈ। ਨਿਗੁਰੇ ਮਤ ਨਾ ਕਾਈ। ਨਿਗੁਰੇ ਨੂੰ ਇਹ ਮਤ, ਇਹ ਸੋਝੀ, ਇਹ ਸਮਝ ਕੋਈ ਨਹੀਂ। ਹਾਂ, ਉਹ ਇਹ ਕਹਿ ਸਕਦਾ ਗੁਰੂ ਵਾਧੂ ਹੀ ਹੈ, ਗੁਰੂ ਦੀ ਲੋੜ ਕੋਈ ਨਹੀਂ, ਨਿਤਨੇਮ ਦੀ ਲੋੜ ਕੋਈ ਨਹੀਂ, ਸੇਵਾ ਦੀ ਲੋੜ ਕੋਈ ਨਹੀਂ। ਉਹ ਇਹ ਗੱਲ ਜ਼ਰੂਰ ਕਹਿ ਸਕਦਾ ਹੈ, ਜਿਉ ਚਲਾਏ ਤਿਉ ਚਾਲਹਿ ਭਾਈ, ਹੋਰ ਕਿਆ ਕੋ ਕਰੇ ਚਤੁਰਾਈ। ਜਿਨ੍ਹਾਂ ਨੂੰ ਫਿਰ ਗੁਰੂ ਦੀ ਮੱਤ ਪ੍ਰਾਪਤ ਹੋ ਗਈ ਨਾ, ਉਹ ਜਿਵੇਂ ਗੁਰੂ ਪਰਮੇਸ਼ਰ ਚਲਾਉਂਦਾ ਐਵੇਂ ਚੱਲਦੇ ਆ। ਉਹ ਆਪਣੀ ਇੱਕ ਵੀ ਚਤਰਾਈ ਦੇ ਮਗਰ ਨਹੀਂ ਚੱਲਦੇ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ, ਤੇਰਾ ਖੇਲ ਅਪਾਰਾ। ਸੱਚੇ ਪਾਤਸ਼ਾਹ ਜੀ ਅੱਗੇ ਫਿਰ ਫਰਮਾਉਂਦੇ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਪਰਮੇਸ਼ਰ ਇੱਕ ਭਰਮ ਦੇ ਵਿੱਚ ਭੁੱਲ ਗਏ। ਜਿਨ੍ਹਾਂ ਤੇ ਤੂੰ ਗੁਰੂ ਦੁਆਰਾ ਪਰਮੇਸ਼ਰ ਜੀ ਮਿਹਰ ਕੀਤੀ, ਇੱਕ ਭਗਤੀ ਰਾਤੇ, ਉਹ ਤੇਰੀ ਭਗਤੀ ਦੇ ਪ੍ਰੇਮਾ ਭਗਤੀ ਦੇ ਰੰਗ ਵਿੱਚ ਰਤੇ ਗਏ। ਇਹ ਤੇਰਾ ਖੇਲ ਅਪਾਰਾ, ਇਹ ਤੇਰਾ ਜਿਹੜਾ ਸੰਸਾਰ ਰੂਪੀ ਤੂੰ ਖੇਲ ਰਚਾਇਆ ਨਾ,
ਇਸ ਦਾ ਕੋਈ ਆਦ ਅੰਤ ਪਾਰਾਵਾਰ ਨਹੀਂ ਪਾ ਸਕਦਾ। ਜਿਤ ਤੁਧ ਲਾਏ ਤੇਹਾ ਫਲ ਪਾਇਆ, ਤੂੰ ਹੁਕਮ ਚਲਾਵਣ ਹਾਰਾ। ਤੇ ਫਿਰ ਜਿਵੇਂ ਦੇ ਕਿਸੇ ਨੇ ਕਰਮ ਕੀਤੇ, ਉਸ ਦੇ ਕਰਮਾਂ ਦੇ ਮੱਥੇ ਦੇ ਲੇਖਾਂ ਨੇ ਉਹਨਾਂ ਨੂੰ ਲਾਇਆ, ਉਹੋ ਜਿਹਾ ਉਹਨਾਂ ਨੇ ਫਲ ਪ੍ਰਾਪਤ ਪਾ ਲਿਆ। ਤੂੰ ਹੁਕਮ ਚਲਾਵਣ ਹਾਰਾ, ਸਾਰਿਆਂ ਦੇ ਉੱਪਰ ਫਿਰ ਉਹਨਾਂ ਦੇ ਕਰਮਾਂ ਅਨੁਸਾਰ ਤੂੰ ਹੁਕਮੀ ਹੁਕਮ ਚਲਾਏ ਰਾਹ। ਨਾਨਕ ਵਿਗਸੈ ਵੇ ਪ੍ਰਵਾਹ, ਉਹਨਾਂ ਦੇ ਮੱਥੇ ਤੇ ਫਿਰ ਕਰਮਾਂ ਦੀ ਕਲਮ ਫੇਰ ਦਿੱਤੀ। ਸੇਵਾ ਕਰੀ ਜੇ ਕਿਛ ਹੋਵੇ ਆਪਣਾ, ਜੀਓ ਪਿੰਡ ਤੁਮਾਰਾ। ਫਿਰ ਸੱਚੇ ਪਾਤਸ਼ਾਹ ਦਰਸਾਉਂਦੇ ਖੁੰਝ ਨਾ ਜਾਈ, ਜੇ ਸੇਵਾ ਸਿਮਰਨ ਕਰ ਲਿਆ ਨਾ, ਇਹ ਗੱਲ ਨਾ ਭੁੱਲੀ, ਇਹ ਜੀਓ, ਇਹ ਜਿੰਦ, ਇਹ ਆਤਮਾ, ਇਹ ਪਿੰਡ, ਇਹ ਸਰੀਰ, ਇਹ ਉਸ ਪ੍ਰਮਾਤਮਾ ਦਾ ਦਿੱਤਾ ਹੋਇਆ। ਜੇ ਉਹਨੇ ਤੰਦਰੁਸਤੀ ਦਿੱਤੀ, ਸਰੀਰ ਸੋਹਣਾ ਸੁਨੱਖਾ ਬਖਸ਼ਿਆ, ਫੇਰ ਹੀ ਤੂੰ ਸੇਵਾ ਕੀਤੀ। ਇਸ ਕਰਕੇ ਜੇ ਤੂੰ ਕੋਈ ਧਰਮ ਦੇ ਰਸਤੇ ਤੇ ਕਰਮ ਕਰ ਲਿਆ, ਸੇਵਾ ਕਰੀ ਜੇ ਕੁਛ ਹੋਵੇ ਆਪਣਾ, ਜੀਓ ਪਿੰਡ ਤੁਮਾਰਾ, ਇਹ ਪਰਿਪੂਰਨ ਪਰਮਾਤਮਾ ਤੇਰੀ ਮਿਹਰ ਹੈ। ਸਤਿਗੁਰ ਮਿਲਿਆ ਕਿਰਪਾ ਕੀਨੀ, ਅੰਮ੍ਰਿਤ ਨਾਮ ਆਧਾਰਾ। ਜਿਨ੍ਹਾਂ ਨੂੰ ਸੱਚਾ ਗੁਰੂ ਮਿਲ ਪਿਆ, ਉਹਨਾਂ ਦੇ ਉੱਪਰ ਪਰਮੇਸ਼ਰ ਨੇ ਕਿਰਪਾ ਕੀਤੀ। ਗੁਰੂ ਦੁਆਰਾ ਅੰਮ੍ਰਿਤ ਨਾਮ ਆਧਾਰਾ, ਜੋ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲਾ ਆਸਰਾ ਰੂਪ ਅੰਮ੍ਰਿਤ ਨਾਮ ਹੈ, ਉਹ ਬਖਸ਼ਿਸ਼ ਕਰ ਦਿੱਤਾ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ, ਪਰ ਜਿਸ ਨੂੰ ਕਰਮ ਪ੍ਰਾਪਤ ਹੋਵੇ, ਸੋ ਜਨ ਨਿਰਮਲ ਥੀਵੈ। ਗਗਨ ਅੰਤਰ ਵਾਸਿਆ, ਗੁਣ ਪ੍ਰਗਾਸਿਆ, ਗੁਣ ਮਹਿ ਗਿਆਨ ਧਿਆਨੰ। ਗਗਨ ਅੰਤਰ, ਗਗਨ ਦੇ ਅੰਤਰ, ਆਕਾਸ਼ ਦੇ ਅੰਤਰ, ਆਕਾਸ਼ ਦੇ ਵਾਂਗ ਪੰਜਾਂ ਤੱਤਾਂ ਦੀ ਪਰਮੇਸ਼ਰ ਨੇ ਸ੍ਰਿਸ਼ਟੀ ਸਾਜੀ ਹੈ। ਪਹਿਲਾ ਆਕਾਸ਼, ਆਕਾਸ਼ ਦਾ ਗੁਣ ਹੈ ਉਹ ਨਿਰਖੋਭਤ ਹੈ। ਦੂਸਰਾ ਹਵਾ, ਹਵਾ ਨਿਰਲੇਪ ਹੈ, ਜੈਸੇ ਰਾਜ ਰੰਕ ਕਉ ਲਾਗੈ ਤੁਲ ਪਵਾਨ। ਹਵਾ ਜੇ ਠੰਡੀ ਵਗ ਰਹੀ, ਉਹ ਗਰੀਬ ਨੂੰ ਵੀ ਠੰਡੀ ਲੱਗੂਗੀ, ਅਮੀਰ ਨੂੰ ਵੀ ਠੰਡੀ ਲੱਗੂਗੀ, ਉਹ ਨਿਰਲੇਪ ਵਗਦੀ ਹੈ। ਇਵੇਂ ਹੀ ਤੀਸਰਾ ਅਗਨੀ, ਅਗਨੀ ਪ੍ਰਕਾਸ਼ ਦਿੰਦੀ ਹੈ। ਇਹ ਜੋ ਸ਼ੁਭ ਗੁਣ, ਸ੍ਰੇਸ਼ਟ ਗੁਣ, ਉਹਨਾਂ ਦੀ ਗੱਲ, ਇੱਕ ਇੱਕ ਸ਼ੁਭ ਗੁਣ ਦਾ ਜ਼ਿਕਰ ਸਤਿਗੁਰਾਂ ਨੇ ਕੀਤਾ ਜੀ। ਪੰਜਾਂ ਤੱਤਾਂ ਦਾ। ਅੱਗ ਸਾਰਿਆਂ ਨੂੰ ਪ੍ਰਕਾਸ਼ ਦਿੰਦੀ, ਇਹ ਨਹੀਂ ਕਿ ਲਾਗੇ ਗਰੀਬ ਬੈਠਾ ਤੇ ਉਹਨੂੰ ਚਾਨਣ ਨਹੀਂ ਦੇਵੇਗੀ, ਸਾਰਿਆਂ ਨੂੰ ਹੀ। ਆਕਾਸ਼, ਹਵਾ, ਅੱਗ ਤੇ ਪਾਣੀ। ਪਾਣੀ ਨਿਰਮਲ ਹੈ ਜੀ, ਉਸ ਨਾਲ ਗਰੀਬ ਨਹਾਵੇਗਾ, ਅਮੀਰ ਨਹਾਵੇਗਾ, ਸਾਰਿਆਂ ਦੀ ਮੈਲ ਦੂਰ ਕਰੇਗਾ। ਜੇ ਪਿਆਸਾ ਪਾਣੀ ਪੀਵੇਗਾ, ਗਰੀਬ ਪੀਵੇਗਾ, ਅਮੀਰ ਪੀਵੇਗਾ, ਉਸ ਦੀ ਤ੍ਰਿਪਤੀ ਕਰੇਗਾ। ਚੌਥਾ ਜੀ ਆਕਾਸ਼, ਹਵਾ ਤੇ ਪੰਜਵਾਂ ਧਰਤੀ ਜੀ। ਧਰਤੀ ਦਾ ਬਹੁਤ ਵੱਡਾ ਗੁਣ ਹੈ ਖਿਮਾ। ਧਰਤੀ ਨੂੰ ਜਿਉਂ ਵਸਦਾ ਕੋਊ ਖੋਦੈ, ਕੋਊ ਚੰਦਨ ਲੇਪ। ਕੋਈ ਪੁੱਟੀ ਜਾਂਦਾ, ਕੋਈ ਘਰ ਬਣਾਈ ਜਾਂਦਾ, ਧਰਤੀ ਕਿਸੇ ਨੂੰ ਕੁਝ ਨਹੀਂ ਕਹਿੰਦੀ। ਇਹ ਪੰਜਾਂ ਤੱਤਾਂ ਦੀ ਪਰਮੇਸ਼ਰ ਨੇ ਸ੍ਰਿਸ਼ਟੀ ਸਾਜੀ ਹੈ। ਪੰਜਾਂ ਦਾ ਇੱਕ ਇੱਕ ਬਹੁਤ ਸ਼ੁਭ ਗੁਣ ਹੈ। ਤੇ ਸਾਡਾ ਜੋ ਸਰੀਰ ਹੈ ਨਾ, ਇਹ ਵੀ ਪੰਜਾਂ ਤੱਤਾਂ ਦਾ ਹੀ ਬਣਿਆ। ਜਦੋਂ ਇਹਨਾਂ ਪੰਜਾਂ ਤੱਤਾਂ ਦਾ ਜੋ ਸ੍ਰੇਸ਼ਟ ਸ਼ੁਭ ਗੁਣ ਹੈ, ਉਹ ਜਦੋਂ ਸਾਡੇ ਅੰਦਰ ਵਸ ਜਾਣਗੇ ਨਾ, ਗਗਨੰਤਰ ਵਾਸਿਆ, ਗੁਣ ਪ੍ਰਗਾਸਿਆ, ਉਹ ਜਦੋਂ ਗੁਣ ਸਾਡੀ ਜ਼ਿੰਦਗੀ ਦੇ ਵਿੱਚ, ਸਾਡੇ ਹਿਰਦੇ ਦੇ ਵਿੱਚ ਪ੍ਰਗਾਸ ਹੋ ਜਾਣਗੇ, ਪ੍ਰਕਾਸ਼ਮਾਨ ਹੋ ਜਾਣਗੇ, ਗੁਣ ਮਹਿ, ਫਿਰ ਉਸ ਜੀਵ ਨੂੰ ਪਰਿਪੂਰਨ ਪਰਮਾਤਮਾ ਦਾ ਸਰੂਪ ਦਾ ਗਿਆਨ ਹੋ ਜਾਂਦਾ। ਗਿਆਨ, ਗੁਣ ਮਹਿ ਗਿਆਨ। ਗਿਆਨ ਹੋਣ ਤੋਂ ਉਪਰੰਤ ਫਿਰ ਧਿਆਨੰ, ਫਿਰ ਉਹ ਜੀਵ ਧਿਆਨ ਲਾਉਂਦਾ, ਸੁਰਤ ਜੋੜਦਾ, ਚਿੱਤ ਜੋੜਦਾ ਹੈ। ਨਾਮ ਮਨ ਭਾਵੈ ਕਹੈ ਕਹਾਵੈ, ਤਤੋ ਤਤ ਵਖਾਨੰ। ਫਿਰ ਧਿਆਨ ਕਿਵੇਂ ਲਾਉਣ ਦਾ? ਨਾਮ ਮਨ ਭਾਵੈ, ਹਿਰਦੇ ਦੇ ਵਿੱਚ ਨਾਮ ਭਾ ਜਾਂਦਾ, ਵਸ ਜਾਂਦਾ। ਕਹੈ, ਉਹ ਪਰਮੇਸ਼ਰ ਦਾ ਨਾਮ ਆਪ ਕਹਿੰਦਾ, ਕਹਾਵੈ ਹੋਰਨਾਂ ਨੂੰ ਕਹਾਉਂਦਾ। ਤੇ ਤਤੋ ਤਤ ਵਖਾਨੰ, ਜਿਵੇਂ ਫਿਰ ਅੱਗ ਵਿੱਚ ਅੱਗ ਸਮਾ ਜਾਂਦੀ, ਪਾਣੀ ਵਿੱਚ ਪਾਣੀ, ਪੰਜੇ ਤੱਤਾਂ ਦੇ ਵਿੱਚ ਉਸ ਤੱਤ ਦਾ ਕੋਈ ਹੋਰ ਤੱਤ ਮਿਲਾ ਦਿਓ, ਉਹ ਮਿਲ ਜਾਂਦਾ।
ਇਵੇਂ ਸਾਡਾ ਮੂਲ, ਸਾਡਾ ਤੱਤ ਹੈ ਨਾ, ਜੋ ਮੁੱਢ ਹੈ, ਜੋ ਮੂਲ ਹੈ, ਉਹ ਪਰਮੇਸ਼ਰ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼, ਇਹ ਆਤਮਾ ਮੂਲ ਦੇ ਵਿੱਚੋਂ ਵਿਛੜੀ ਹੋਈ ਹੈ। ਪਰਮਾਤਮਾ ਮੂਲ ਹੈ, ਉਸ ਤੋਂ ਵਿਛੜ ਕੇ ਇਹ ਜੀਵ ਆਤਮਾ ਇਸ ਮਾਤ ਲੋਕ ਤੇ ਤੁਰੀ ਹੋਈ ਹੈ। ਫਿਰ ਇਹ ਤੱਤੋ ਤੱਤ ਵਖਾਨੰ, ਜਿਵੇਂ ਦੂਸਰੇ ਤੱਤਾਂ ਦੇ ਵਿੱਚ ਤੱਤ ਸਮਾ ਜਾਂਦੇ, ਇਹ ਜੀਵ ਆਤਮਾ ਤੱਤ ਰੂਪ ਪਰਮੇਸ਼ਰ ਦੇ ਵਿੱਚ ਅਭੇਦ ਹੋ ਜਾਂਦੀ ਹੈ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ। ਪਰ ਕਿਵੇਂ ਜੀ? ਸ਼ਬਦ ਗੁਰ ਪੀਰਾ, ਗੁਰੂ ਪੀਰ ਦੇ ਸ਼ਬਦ ਦੀ ਕਮਾਈ ਕੀਤਿਆਂ ਉਹ ਸ਼ਬਦ, ਉਹ ਪਰਮੇਸ਼ਰ, ਉਸ ਦਾ ਨਾਮ ਜੋ ਗਹਿਰ, ਜੋ ਅਹਿਲ, ਜੋ ਗੰਭੀਰ, ਇੰਨਾ ਡੂੰਘਾ ਸਾਡੀ ਸਮਝ ਦੇ ਵਿੱਚ ਨਹੀਂ। ਬੇਨ ਸ਼ਬਦੇ ਜਗ ਬਉਰਾਨੰ, ਪਰ ਜਿਨ੍ਹਾਂ ਨੇ ਗੁਰੂ ਦਾ ਸ਼ਬਦ ਗੁਰੂ ਧਾਰਨ ਨਾ ਕੀਤਾ, ਉਹ ਬੌਰੇ ਪਦਾਰਥਾਂ ਦੇ ਮੋਹ ਮਾਇਆ ਦੇ ਵਿੱਚ, ਸੰਸਾਰ ਵਿੱਚ ਵਿਅਰਥ ਮਨੁੱਖਾ ਜਨਮ ਗਵਾ ਗਏ। ਪੂਰਾ ਬੈਰਾਗੀ ਸਹਿਜ ਸੁਭਾਗੀ, ਸਚ ਨਾਨਕ ਮਨ ਮਾਨੰ। ਜਿਨ੍ਹਾਂ ਨੇ ਇਹ ਕਾਰ ਕਰ ਲਈ ਉਹ ਪੂਰਾ ਬੈਰਾਗੀ, ਉਹ ਪੂਰੇ ਹੋ ਗਏ। ਪੂਰੇ ਕੀ ਹੋ ਗਏ ਜੀ? ਆਵਣ ਜਾਣ ਰਹੇ ਹੋ। ਉਹ ਉਸ ਪਰਿਪੂਰਨ ਪਰਮਾਤਮਾ ਦੇ ਵਿੱਚ ਉਹ ਬੈਰਾਗੀ ਜਿਨ੍ਹਾਂ ਦੇ ਅੰਦਰ ਤੜਪ ਹੈ। ਸਹਿਜ ਸੁਭਾਗੀ, ਉਹ ਸੁਤੇ ਸਿੱਧ ਵੱਡਿਆਂ ਭਾਗਾਂ ਵਾਲੇ ਹੋ ਗਏ। ਪਰ ਐਵੇਂ ਗੱਲਾਂ ਬਾਤਾਂ ਨਾਲ ਨਹੀਂ। ਸੱਚ ਨਾਨਕ ਮਨ ਮਾਨੰ, ਜਿਨ੍ਹਾਂ ਦਾ ਮਨ ਪਰਿਪੂਰਨ ਪਰਮਾਤਮਾ ਜੋ ਆਪ ਸੱਚਾ, ਜਿਸ ਦਾ ਨਾਮ ਸੱਚਾ, ਜਿਨ੍ਹਾਂ ਦਾ ਉਸ ਦੇ ਨਾਮ ਉੱਪਰ, ਉਸ ਦੇ ਪਰਮੇਸ਼ਰ ਉੱਪਰ ਮਨ ਮੰਨ ਗਿਆ, ਉਹ ਫਿਰ ਪੂਰਾ ਬੈਰਾਗੀ ਸਹਿਜ ਸੁਭਾਗੀ। ਸੱਚ ਨਾਨਕ ਮਨ ਮਾਨੰ। ਗੁਰੂ ਕਿਰਪਾ ਮਿਹਰਮਤ ਕਰੇ। ਅੱਜ ਦਾ ਇਹ ਮੂਲ ਭਾਵ ਪਰਿਪੂਰਨ ਪਰਮਾਤਮਾ ਪਤਾ ਨਹੀਂ ਕਦੋਂ ਕਦੇ ਵਿਛੜੇ ਆ। ਗੁਰੂ ਮਿਹਰ ਕਰੇ ਇਹ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ ਤੇ ਸਾਡੇ ਵੀ ਵਾਰ-ਵਾਰ ਆਉਣ ਜਾਣ ਦੇ, ਜੰਮਣ ਮਰਨ ਦੇ ਗੇੜੇ ਮੁੱਕ ਜਾਣ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਧੰਨ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ। ਆਪ ਰੱਬ ਵਰਗੀ ਸੰਗਤ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਸਾਰਿਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਜੀ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੈ ਜਗ ਬਉਰਾਨੰ। ਪੂਰਾ ਬੈਰਾਗੀ ਸਹਿਜ ਸੁਭਾਗੀ, ਸਚ ਨਾਨਕ ਮਨ ਮਾਨੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।